ਜਿਹੜਾ ਘੁਟਾਲਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਅਮਨਪ੍ਰੀਤ ਸਿੰਘ ਸਰਪੰਚ ਤੇ ਗੁਰਜਿੰਦਰ ਸਿੰਘ ਤੇ ਪੰਚ ਬਹਾਦਰ ਸਿੰਘ, ਉਹਦਾ ਬੇਟਾ ਹੀ ਹੈ ਗੁਰਜਿੰਦਰ ਸਿੰਘ, ਤੇ ਉਹਦੀ ਨੂੰਹ ਮਨਪ੍ਰੀਤ ਕੌਰ, ਉਹਨਾਂ ਦੇ ਵੱਲੋਂ ਇਹ ਮਿਲ ਕੇ ਸਭ ਕੁਝ ਕੀਤਾ ਗਿਆ। देख यार पता क्या है, मैं उन्होंने ला रहा पैक, मैं तो स्पष्ट दसा ठीक है। तू कल फोन करी वीर बन के, आप कल सारी रिपोर्ट दूंगा। ਇਹ ਘਪਲਾ ਹੋਇਆ ਪਿੰਡ ਮਹਿਤਾਬਗੜ੍ਹ ਦੇ ਸਰਪੰਚ ਅਮਨਪ੍ਰੀਤ ਸਿੰਘ ਦੇ ਵੱਲੋਂ ਇਹ ਘਪਲਾ ਕੀਤਾ ਗਿਆ। ਸਭ ਕੁਝ ਜਾਣਬੁੱਝ ਕੇ ਕੀਤਾ ਗਿਆ, ਸਭ ਕੁਝ ਉਹਨੂੰ ਪਤਾ ਸੀ। ਨਿੱਜੀ ਪਰਿਵਾਰ ਨੂੰ ਕੋਈ ਨਿੱਜੀ ਪਰਿਵਾਰ ਨਹੀਂ ਹੈਗਾ, ਠੀਕ ਹੈ ਨਾ। ਮੈਂ ਨਿੱਜੀ ਪਰਿਵਾਰ, ਮੇਰਾ ਜਿਹੜਾ ਮਾਸੀ ਦਾ ਮੁੰਡਾ ਯਾਰ, ਉਹਦੀ ਨੂੰਹ ਜਿਹੜੀ ਮਨਪ੍ਰੀਤ ਕੌਰ ਹੈ, ਉਹਦੇ ਨਾਂ ਤੇ ਪੈਸੇ ਆਏ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ 1,20,000 ਰੁਪਇਆ ਉਹਨਾਂ ਨੂੰ ਸੈਂਕਸ਼ਨ ਹੋਇਆ ਸੀ, 1,02,000 ਰੁਪਇਆ ਉਹਨਾਂ ਨੂੰ ਆਇਆ ਸੀ, 2 ਕਿਸ਼ਤਾਂ ਦੇ ਵਿੱਚ ਆਇਆ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਮਨਪ੍ਰੀਤ ਕੌਰ ਹੈ BC ਪਰਿਵਾਰ ਨਾਲ ਸੰਬੰਧਿਤ ਹੈ, ਉਸ ਨੂੰ SC ਬਣਾ ਦਿੱਤਾ ਗਿਆ। ਪੰਚਾਇਤ ਦੇ ਹੋਰ ਮੈਂਬਰ ਵੀ ਸ਼ਾਮਲ ਨੇ, ਕਿਉਂਕਿ ਮਤਾ ਜਦੋਂ ਪੈਂਦਾ ਹੈ ਤਾਂ ਸਾਰੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਪੈਂਦਾ। ਇਹਦੇ ਵਿੱਚ ਜਿਹੜੀ ਇਹ ਰਿਪੋਰਟ ਹੈ, ਇਹ ਰਿਪੋਰਟ ਜਿਹੜੇ ਫਤਿਹਗੜ੍ਹ ਸਾਹਿਬ ਦੇ ਮਾਨਯੋਗ ਲੋਕਪਾਲ ਨੇ, ਉਹਨਾਂ ਦੇ ਵੱਲੋਂ ਇਹ ਨਸ਼ਰ ਕੀਤੀ ਗਈ ਹੈ। ਅਮਨਪ੍ਰੀਤ ਜੀ ਗੱਲ ਕਰ ਰਹੇ? ਨਹੀਂ ਜੀ, ਚੰਡੀਗੜ੍ਹ ਤੋਂ ਸਕਰੋਲ ਪੰਜਾਬ ਤੋਂ ਗੱਲ ਕਰ ਰਿਹਾ ਜੀ, ਸਨੀ ਹਟਵਾਲ। ਹਾਂਜੀ ਦੱਸੋ। ਹਾਂਜੀ ਸਰ, ਅਮਨਪ੍ਰੀਤ ਗੱਲ ਕਰ ਰਹੇ ਤੁਸੀਂ? ਹਾਂਜੀ ਕਰ ਰਿਹਾ ਜੀ ਸਰ, ਤੁਸੀਂ ਹੁਣ ਤਾਂ ਨਾ ਕਰ ਰਹੇ ਸੀਗੇ। ਵੀਡੀਓ ਦਫ਼ਤਰ ਦੇ ਜਿਹੜੇ ਸਾਰਾ ਸਬੰਧ ਹੈ, ਸਭ ਕੁਝ ਮਿਲ ਭੁਗਤ ਕੇ ਹੋਇਆ, ਸਭ ਕੁਝ ਹੋਇਆ। ਅਸੀਂ ਹਾਈ ਕੋਰਟ ਤੱਕ ਇਹਨਾਂ ਨੂੰ ਖਿੱਚਾਂਗੇ, ਉਹਨਾਂ ਨੂੰ ਪੁੱਛਾਂਗੇ ਉੱਥੇ ਕਿ ਗਰੀਬਾਂ ਦੇ ਹੱਕ ਕਿਵੇਂ ਮਾਰੇ ਜਾਂਦੇ ਨੇ। ਕੰਪਲੇਂਟ ਦਿੱਤੀ ਗਈ ਸੀ, ਉਸਦੇ ਵਿੱਚ BDO ਸਾਹਿਬ ਨੂੰ ਬੁਲਾਇਆ ਗਿਆ ਸੀ, ਪਰੰਤੂ BDPO ਖੇੜਾ ਵੱਲੋਂ ਇਸ ਦੇ ਦੋਸ਼ ਦੇ ਕੋਈ ਜਵਾਬ ਨਹੀਂ ਦਿੱਤਾ ਗਿਆ। ਸਾਨੂੰ ਇੱਥੋਂ ਤੱਕ ਧਮਕੀਆਂ ਦਿੱਤੀ ਜਾ ਰਹੀਆਂ ਕਿ ਤੁਸੀਂ ਦਫ਼ਤਰ ਆਓਗੇ, ਤੁਹਾਡੇ ਤੇ ਬਦਤਮੀਜ਼ੀ ਦੇ ਇਲਜ਼ਾਮ ਲਾਵਾਂਗੇ, ਤੁਹਾਨੂੰ ਅੰਦਰ ਦੇਵਾਂਗੇ। ਸਾਨੂੰ ਮਿਸਬਿਹੇਵ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਆਓਗੇ, ਸਾਡੇ ਦਫ਼ਤਰ ਆਓਗੇ, ਅਸੀਂ ਮਿਸਬਿਹੇਵ ਕਰਾਂਗੇ। ਰੰਗਲਾ TV ਦੇਖ ਰਹੇ ਦਰਸ਼ਕਾਂ ਦਾ ਮੈਂ ਸਨੀ ਹਟਵਾਲ ਸਵਾਗਤ ਕਰਦਾ ਹਾਂ। ਕਾਫੀ ਸਟੋਰੀਆਂ ਲੈ ਕੇ ਤੁਹਾਡੇ ਅੱਗੇ ਰੂਬਰੂ ਹੁੰਨੇ ਆ, ਤੇ ਅੱਜ ਕੇਂਦਰ ਸਰਕਾਰ ਦੀ ਸਕੀਮ ਦੀ ਗੱਲ ਕਰਾਂਗੇ। ਤੇ ਕੇਂਦਰ ਸਰਕਾਰ ਦੀ ਸਕੀਮ ਜੋ ਕਿ 2015 ਦੇ ਵਿੱਚ ਸ਼ੁਰੂ ਹੋਈ ਸੀ, ਜੋ ਕਿ ਗਰੀਬਾਂ ਨੂੰ ਲਾਭ ਦੇਣ ਲਈ, ਗਰੀਬਾਂ ਦੇ ਮਕਾਨ ਬਣਾਉਣ ਦੇ ਲਈ ਸਕੀਮ ਸ਼ੁਰੂ ਕੀਤੀ ਗਈ ਸੀ। ਨਾਮ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਸਕੀਮ ਜਿਹੜੀ ਸ਼ੁਰੂਆਤ ਕੀਤੀ ਗਈ ਸੀ। ਤਾਂ ਉਸ ਸ਼ੁਰੂਆਤ ਦੇ ਵਿੱਚ ਕਾਫੀ ਲੋਕੀ ਜਿਹੜੇ ਨੇ, ਗਰੀਬ ਪਰਿਵਾਰ ਨੂੰ ਲਾਭ ਜ਼ਰੂਰ ਹੋਇਆ, ਪਰ ਗਰੀਬ ਪਰਿਵਾਰ ਦੇ ਨਾਲ ਜਿਹੜੇ ਕਹਿ ਲਈਏ ਰਸੂਖ ਜਿਹੜੇ ਪਰਿਵਾਰ ਨੇ, ਰਸੂਖ ਖਾਨਦਾਨ ਦੇ ਲੋਕ ਹੈ ਨੇ, ਜਿਹੜੇ ਕਹਿ ਲਈਏ ਕਿ ਭ੍ਰਿਸ਼ਟਾਚਾਰੀ ਜਿਹੜੇ ਲੋਕ ਨੇ, ਉਹਨਾਂ ਨੇ ਭ੍ਰਿਸ਼ਟਾਚਾਰੀ ਕਰਨ ਦਾ ਇੱਕ ਨਵਾਂ ਤਰੀਕਾ ਜਿਹੜਾ ਉਹ ਵੀ ਲੱਭ ਲਿਆ। ਤਾਂ ਇਸ ਭ੍ਰਿਸ਼ਟਾਚਾਰੀਆਂ ਦਾ ਖੁਲਾਸਾ ਇੱਕ ਵਿਅਕਤੀ ਨੇ ਕੀਤਾ, ਤੇ ਜੋ ਕਿ ਇੱਕ ਪਿੰਡ ਮਹਿਤਾਬਗੜ੍ਹ ਦਾ ਰਹਿਣ ਵਾਲਾ ਹੈ। ਤਾਂ ਮਹਿਤਾਬਗੜ੍ਹ ਪਿੰਡ ਦੇ ਵਿੱਚ ਕੀ ਕੁਝ ਜਿਹੜਾ ਭ੍ਰਿਸ਼ਟਾਚਾਰੀਆਂ ਵੱਲੋਂ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਸਕੀਮ ਦਾ ਦੁਰਉਪਯੋਗ ਕੀਤਾ ਗਿਆ, ਉਸ ਦੇ ਬਾਰੇ ਅੱਜ ਗੱਲ ਕਰਾਂਗੇ। ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਚਰਨਜੀਤ ਸਿੰਘ ਚੰਨੀ ਮੌਜੂਦ ਨੇ, ਤੇ ਮਹਿਤਾਬਗੜ੍ਹ ਤੋਂ ਇਹ ਰਹਿਣ ਵਾਲੇ ਨੇ, ਸੰਬੰਧਿਤ ਨੇ। ਤਾਂ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਦੇ ਵਿੱਚ। ਅਟਵਾਲ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਤੇ ਜਿਸ ਤਰ੍ਹਾਂ ਤੁਸੀਂ ਮੇਰੇ ਪਿੰਡ ਦਾ ਜ਼ਿਕਰ ਕੀਤਾ, ਪਿੰਡ ਮਹਿਤਾਬਗੜ੍ਹ ਦਾ, ਪਿੰਡ ਮਹਿਤਾਬਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਲਾਕ ਖੇੜਾ ਦਾ ਇਹ ਘਪਲਾ ਹੋਇਆ, ਜਿਸ ਦੇ ਵਿੱਚ ਜੀ ਚੰਨੀ ਜੀ ਪਹਿਲਾਂ ਸ਼ੁਰੂਆਤ ਕਰਾਂਗੇ ਕਿ ਕੀ ਕੁਝ ਤੁਹਾਡੇ ਵੱਲੋਂ ਖੁਲਾਸਾ ਕੀਤਾ ਗਿਆ, ਤੇ ਕੀ ਕੁਝ ਬੰਦਿਆਂ ਦੇ ਨਾਮ ਹੈ, ਤੇ ਖੁਲਾਸਾ ਤੁਸੀਂ ਕਿਉਂ ਕੀਤਾ, ਕੀ ਕਾਰਨ ਸੀ ਖੁਲਾਸੇ ਦਾ, ਕੀ ਕੁਝ ਤੁਸੀਂ ਦੇਖਿਆ? ਦੇਖੋ, ਬੇਸਿਕਲੀ ਇਹ ਜਿਹੜੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ, ਇਹ ਗਰੀਬਾਂ ਦੇ ਲਈ ਹੈ। ਠੀਕ ਹੈ, ਗਰੀਬਾਂ ਨੂੰ ਹੱਕ ਸਰਕਾਰ ਦਿੰਦੀ ਹੈ, ਉਹਨਾਂ ਨੂੰ ਮਿਲਣੇ ਚਾਹੀਦੇ ਆ। ਉਹਨਾਂ ਦੀ ਜਿਹੜੀ ਲੋੜ ਹੈ ਉਹ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਸਤਰ ਲੈ ਕੇ ਆਉਣਾ, ਇੱਕ ਲੈਵਲ 'ਤੇ ਲੈ ਕੇ ਆਉਣਾ। ਪਰ ਉਸਨੂੰ ਜਦੋਂ ਇਹ ਸਕੀਮਾਂ ਦਾ ਲਾਭ ਉਹ ਲੋਕ ਲੈ ਲੈਂਦੇ ਆ ਜਿਨ੍ਹਾਂ ਦੇ ਕੋਲ ਸਭ ਕੁਝ ਹੁੰਦਾ, ਰੱਜੇ ਪੁੱਜੇ ਪਰਿਵਾਰ ਹੁੰਦੇ ਨੇ, ਕਾਰਾਂ ਕੋਠੀਆਂ, ਟੈਕਸ ਭਰਦੇ ਨੇ, ਸਭ ਕੁਝ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੇ ਨੇ, ਉਹ ਉਹਨਾਂ ਗਰੀਬਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਦੇ ਨੇ। ਫਿਰ ਕਿਤੇ ਨਾ ਕਿਤੇ ਮੈਂ ਵੀ ਇਸ ਚੀਜ਼ ਨੂੰ ਮਹਿਸੂਸ ਕਰਦਾ ਕਿ ਇਹ ਗਲਤ ਹੋਇਆ, ਕਿਉਂਕਿ ਮੈਂ ਇੱਕ ਅਵੇਅਰ ਪਰਸਨ ਹਾਂ। ਮੈਂ ਇਹ ਕਾਨੂੰਨਾਂ ਤੋਂ, ਇਹਨਾਂ ਰਿਪੋਰਟਾਂ ਤੋਂ, ਇਹਨਾਂ ਤੋਂ ਜਾਣੂ ਹਾਂ। ਮੈਂ ਪੜ੍ਹਦਾ ਵੀ ਰਿਹਾ। ਮੈਂ ਇੱਕ ਸਮੇਂ ਦੇ ਵਿੱਚ ਜਿਹੜੀ ਲਾਅ ਦੀ ਪੜ੍ਹਾਈ ਸੀ ਉਹ ਵੀ ਮੈਂ ਸ਼ੁਰੂਆਤ ਕੀਤੀ ਸੀ, ਪਰ ਕੁਝ ਨਿੱਜੀ ਕਾਰਨ ਸੀ ਮੈਂ ਉਸ ਚੀਜ਼ ਨੂੰ ਛੱਡਿਆ। ਪਰ ਫਿਰ ਵੀ ਮੈਂ ਜਿੱਦਾਂ ਦਾ ਵੀ ਕਰਦਾ ਹਾਂ, ਮੈਂ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ, ਮੈਂ ਪੜ੍ਹਦਾ ਰਹਿੰਦਾ ਹਾਂ, ਉਹਨਾਂ ਕਾਨੂੰਨਾਂ ਨੂੰ ਪੜ੍ਹਦਾ ਰਹਿੰਦਾ, ਉਹਨਾਂ ਰਿਪੋਰਟਾਂ ਨੂੰ ਪੜ੍ਹਦਾ ਰਹਿੰਦਾ ਕਿ ਕੀ ਕੁਝ ਚੱਲ ਰਿਹਾ। ਤੇ ਜਿਹੜੀ ਮੇਰੇ ਪਿੰਡ ਦੀ ਇਹ ਘਪਲਾ ਹੋਇਆ, ਪਿੰਡ ਮਹਿਤਾਬਗੜ੍ਹ ਦੇ ਸਰਪੰਚ ਅਮਨਪ੍ਰੀਤ ਸਿੰਘ ਦੇ ਵੱਲੋਂ ਇਹ ਘਪਲਾ ਕੀਤਾ ਗਿਆ, ਸਭ ਕੁਝ ਜਾਣਬੁੱਝ ਕੇ ਕੀਤਾ ਗਿਆ, ਸਭ ਕੁਝ ਉਹਨੂੰ ਪਤਾ ਸੀ, ਸਭ ਕੁਝ ਪਤਾ ਸੀ। ਕਿਉਂਕਿ ਸਾਡਾ ਪਿੰਡ ਬਹੁਤ ਛੋਟਾ ਹੈ। ਜੇ ਮੈਂ ਗੱਲ ਕਰਾਂ ਆਪਣੇ ਪਿੰਡ ਦੀ, ਤਾਂ ਸਾਡਾ ਪਿੰਡ ਤਾਂ ਤੁਸੀਂ ਵੱਧ ਤੋਂ ਵੱਧ 5 ਮਿੰਟ ਦੇ ਵਿੱਚ ਮੇਰੇ ਪਿੰਡ ਦੇ ਪੂਰੇ ਦਾ ਚੱਕਰ ਲਾ ਸਕਦੇ ਹੋ। ਇੰਨਾ ਕੁ ਵੱਡਾ ਕਹਿ ਲਈਏ, ਇੰਨਾ ਕੁ ਛੋਟਾ ਪਿੰਡ ਹੈ ਮੇਰਾ।
ਤੇ ਤੁਹਾਡੇ ਪਿੰਡ ਦੀ ਅਗਰ ਆਬਾਦੀ ਦੀ ਗੱਲ ਕਰੀਏ ਤਾਂ ਆਬਾਦੀ ਕਿੰਨੀ ਹੈਗੀ ਹੈ, ਕੀ ਕੁਝ ਤੁਹਾਡੇ ਵੱਲੋਂ ਖੁਲਾਸਾ ਕੀਤਾ ਗਿਆ? ਦੇਖੋ ਜਿਹੜੀ ਮੇਰੇ ਪਿੰਡ ਦੀ ਆਬਾਦੀ ਹੈ ਉਹ ਅਪਰੋਕਸੀਮੇਟਲੀ ਵੱਧ ਤੋਂ ਵੱਧ 450 ਹੋਊਗੀ, ਕਿਉਂਕਿ ਬੱਚੇ ਬੁੱਚਿਆਂ ਦੀ ਗਿਣਤੀ ਕਿਉਂਕਿ ਉਹ ਸਾਰੀ ਲਿਖੀ ਜਾਂਦੀ ਹੈ। ਆਪਾਂ ਤਾਂ ਇੱਕ ਜਿਹੜੀ ਵੋਟਰ ਸੂਚੀ ਹੁੰਦੀ ਉਹਦੇ ਮੁਤਾਬਕ ਚੱਲਦੇ ਹੁੰਦੇ ਕਿ 300 350 ਵੋਟ ਹੁੰਦੀ ਹੈ, ਇਦਾਂ ਦਾ ਪ੍ਰੋਸੀਜਰ ਹੁੰਦਾ। ਪਰ ਮੇਰੇ ਪਿੰਡ ਦੀ ਆਬਾਦੀ ਜੇ ਜ਼ਿਆਦਾ ਤੋਂ ਜ਼ਿਆਦਾ ਵੀ ਮੈਂ ਕਹਿ ਦੇਵਾਂ ਕਿ ਵੱਧ ਤੋਂ ਵੱਧ ਵੀ ਮੈਂ ਕਹਿ ਲਵਾਂ ਤਾਂ 500 ਵੀ ਮੇਰੀ ਆਬਾਦੀ ਹੋ ਨਹੀਂ ਸਕਦੀ, 450 ਦੇ ਲਗਭਗ ਹੈ। ਪਰੰਤੂ ਜਿਹੜਾ ਇਹ ਘੁਟਾਲਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਅਮਨਪ੍ਰੀਤ ਸਿੰਘ ਸਰਪੰਚ ਤੇ ਗੁਰਜਿੰਦਰ ਸਿੰਘ ਤੇ ਪੰਚ ਬਹਾਦਰ ਸਿੰਘ, ਉਹਦਾ ਬੇਟਾ ਹੀ ਹੈ ਗੁਰਜਿੰਦਰ ਸਿੰਘ, ਤੇ ਉਹਦੀ ਨੂੰਹ ਮਨਪ੍ਰੀਤ ਕੌਰ, ਉਹਨਾਂ ਦੇ ਵੱਲੋਂ ਇਹ ਮਿਲ ਕੇ ਸਭ ਕੁਝ ਕੀਤਾ ਗਿਆ। ਪੰਚਾਇਤ ਦੇ ਹੋਰ ਮੈਂਬਰ ਵੀ ਸ਼ਾਮਲ ਨੇ, ਕਿਉਂਕਿ ਮਤਾ ਜਦੋਂ ਪੈਂਦਾ ਹੈ ਤਾਂ ਸਾਰੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਪੈਂਦਾ। ਅਜੇ ਵਿੱਚ ਜਿਹੜੀ ਇਹ ਰਿਪੋਰਟ ਹੈ, ਇਹ ਰਿਪੋਰਟ ਜਿਹੜੇ ਫਤਿਹਗੜ੍ਹ ਸਾਹਿਬ ਦੇ ਮਾਨਯੋਗ ਲੋਕਪਾਲ ਨੇ ਉਹਨਾਂ ਦੇ ਵੱਲੋਂ ਇਹ ਨਸ਼ਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸ ਜਿਹੜਾ ਘੁਟਾਲਾ ਇਸ ਸੰਬੰਧ ਦੇ ਵਿੱਚ ਮੇਰੇ ਵੱਲੋਂ BDO ਦਫ਼ਤਰ ਦੇ ਵਿੱਚ ਵੀ ਇੱਕ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦਾ ਜ਼ਿਕਰ ਵੀ ਇਸ ਰਿਪੋਰਟ ਦੇ ਵਿੱਚ ਹੈ। ਜੇ ਮੈਂ ਦੂਜੇ ਪੰਨੇ ਦੀ ਗੱਲ ਕਰਾਂ ਤਾਂ ਇਸ ਦਾ ਜ਼ਿਕਰ ਵੀ ਮੇਰੀ ਇਸ ਰਿਪੋਰਟ ਦੇ ਵਿੱਚ ਹੈ, ਜਿਸ ਦੇ ਵਿੱਚ ਜਦੋਂ ਮਾਨਯੋਗ ਲੋਕਪਾਲ ਸਾਹਿਬ ਵੱਲੋਂ ਵੀਡੀਓ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੂੰ ਜਵਾਬ ਵੀ ਨਹੀਂ ਦਿੱਤਾ ਗਿਆ। ਉਹਨਾਂ ਦੇ ਵੱਲੋਂ ਮੈਨੂੰ ਵੀ ਨਹੀਂ ਬੁਲਾਇਆ ਗਿਆ ਇਸ ਰਿਪੋਰਟ ਦੇ ਵਿੱਚ ਕਿ ਜਦੋਂ ਉਹਨਾਂ ਨੇ ਇਨਕੁਆਇਰੀ ਕਰਨੀ ਸੀ ਮੈਨੂੰ ਵੀ ਨਹੀਂ ਬੁਲਾਇਆ ਗਿਆ। ਇਦਾਂ ਹੀ ਭ੍ਰਿਸ਼ਟਾਚਾਰ ਦੇ ਤੌਰ ਤੇ ਲੈਣ ਦੇਣ ਕਰਕੇ ਕਹਿ ਲਈਏ ਜਾਂ ਕਿੱਦਾਂ ਕੀ ਕੁਝ ਚੱਲਿਆ, ਉਹਨਾਂ ਦੇ ਕੋਈ ਪੋਲੀਟੀਕਲ ਪ੍ਰੈਸ਼ਰ ਸੀ, ਕੀ ਚੱਲ ਰਿਹਾ ਸੀ, ਉਹਨਾਂ ਦੇ ਵੱਲੋਂ ਇਹ ਰਿਪੋਰਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਫਿਰ ਮੈਂ ADC ਸਾਹਿਬ ਜਿਹੜੇ ਫਤਿਹਗੜ੍ਹ ਸਾਹਿਬ ਨੇ ਮਾਨਯੋਗ, ਉਹਨਾਂ ਨੂੰ ਮਿਲਿਆ, ਉਹਨਾਂ ਦੀ ਕੋਲ ਇਹ ਰਿਪੋਰਟ ਲੈ ਕੇ ਗਿਆ, ਐਪਲੀਕੇਸ਼ਨ ਲੈ ਕੇ ਗਿਆ, ਦਰਖਾਸਤ ਲੈ ਕੇ ਗਿਆ। ਉਹਨਾਂ ਦੇ ਵੱਲੋਂ ਫਿਰ ਵੱਖ-ਵੱਖ ਵਿਭਾਗਾਂ ਨੂੰ ਹੁੰਦੀ ਹੋਈ ਮਾਨਯੋਗ ਲੋਕਪਾਲ ਫਤਿਹਗੜ੍ਹ ਸਾਹਿਬ ਦੇ ਕੋਲੇ ਰਿਪੋਰਟ ਜਾਂਦੀ ਹੈ, ਜਿਨ੍ਹਾਂ ਦੇ ਵੱਲੋਂ ਸਾਰੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਉਹਨਾਂ ਦੇ ਬਿਆਨ ਦਰਜ ਕੀਤੇ ਜਾਂਦੇ ਨੇ। ਜਿਨ੍ਹਾਂ ਦੇ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਵੱਲੋਂ ਤਾਂ ਕੋਈ ਬਿਆਨ ਵੀ ਬਹੁਤ ਦਰਜ ਨਹੀਂ ਕਰਾਏ ਗਏ। ਜਿਸ ਦਾ ਜੇ ਮੈਂ ਜ਼ਿਕਰ ਕਰਾਂ ਕਿ ਇਸ ਰਿਪੋਰਟ ਦੇ ਵਿੱਚ ਜਿਹੜਾ ਗੁਰਜਿੰਦਰ ਸਿੰਘ ਹੈ ਉਹ ਪੰਚ ਹੈ, ਜਿਹੜਾ ਬਹਾਦਰ ਸਿੰਘ ਉਹਦਾ ਬੇਟਾ, ਤੇ ਉਹਦੀ ਨੂੰਹ ਜਿਹੜੀ ਮਨਪ੍ਰੀਤ ਕੌਰ ਹੈ ਉਹਦੇ ਨਾਂ ਤੇ ਪੈਸੇ ਆਏ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ 1,20,000 ਰੁਪਇਆ ਉਹਨਾਂ ਨੂੰ ਸੈਂਕਸ਼ਨ ਹੋਇਆ ਸੀ, 1,02,000 ਰੁਪਇਆ ਉਹਨਾਂ ਨੂੰ ਆਇਆ ਸੀ, 2 ਕਿਸ਼ਤਾਂ ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਇਹ ਰਿਪੋਰਟ ਜਦੋਂ ਮਾਨਯੋਗ ਲੋਕਪਾਲ ਸਾਹਿਬ ਕੋਲ ਜਾਂਦੀ ਹੈ, ਉਹਨਾਂ ਦੇ ਵੱਲੋਂ ਤੱਥਾਂ ਦੇ ਆਧਾਰ ਤੇ ਪੂਰੀ ਗਿਣਤੀ ਕੀਤੀ ਜਾਂਦੀ ਹੈ, ਪੂਰੀ ਛਾਣਬੀਣ ਕੀਤੀ ਜਾਂਦੀ ਹੈ, ਬਰੀਕੀ ਦੇ ਨਾਲ ਜਾਂਚਿਆ ਜਾਂਦਾ ਹੈ, ਤਾਂ ਉਹਨਾਂ ਦੇ ਵੱਲੋਂ ਜਿਹੜੇ ਦੋਸ਼ੀ ਵਿਅਕਤੀ ਬਣਾਏ ਜਾਂਦੇ ਨੇ ਉਸ ਦੇ ਵਿੱਚ ਜਿਹੜਾ ਸਰਪੰਚ ਹੈ ਅਮਰਪ੍ਰੀਤ ਸਿੰਘ ਉਹ, ਤੇ ਬਹਾਦਰ ਸਿੰਘ ਜਿਹੜਾ ਪੰਚ ਹੈ ਉਹ, ਤੇ ਉਸਦਾ ਬੇਟਾ ਗੁਰਜਿੰਦਰ ਸਿੰਘ ਉਹ, ਤੇ ਉਸਦੀ ਜਿਹੜੀ ਪਤਨੀ ਹੈ ਜਾਂ ਬਹਾਦਰ ਸਿੰਘ ਦੀ ਜਿਹੜੀ ਨੂੰਹ ਹੈ ਮਨਪ੍ਰੀਤ ਕੌਰ ਉਹ, ਤੇ ਉਸ ਤੋਂ ਇਲਾਵਾ ਜਿਹੜਾ BDO ਦਫ਼ਤਰ ਹੈ ਉਹ ਵੀ ਇਸ ਦੇ ਵਿੱਚ ਦੋਸ਼ੀ ਬਣਾਇਆ ਜਾਂਦਾ ਹੈ। ਤੇ ਉਸ ਸਮੇਂ ਦੇ BDO ਦੇ ਵੱਲੋਂ ਜਿਸ ਦਾ ਨਾਂ ਇਸ ਰਿਪੋਰਟ ਦੇ ਵਿੱਚ ਸ਼ਾਮਲ ਹੈ ਉਸ ਦਾ ਜ਼ਿਕਰ ਕੀਤਾ ਜਾਂਦਾ ਹੈ, ਉਸ ਦਾ ਨਾਮ ਜਸਵਿੰਦਰ ਸਿੰਘ ਹੈ। ਬਲਾਕ ਖੇੜੇ ਦੇ ਵਿੱਚ ਜਸਵਿੰਦਰ ਸਿੰਘ BDO ਰਹਿ ਚੁੱਕੇ ਨੇ, ਜਿਨ੍ਹਾਂ ਦੇ ਵੱਲੋਂ ਜਿਹੜੇ ਫਾਰਮ ਭਰੇ ਗਏ ਸੀ, ਖਾਲੀ ਫਾਰਮਾਂ ਦੀ ਇੱਥੇ ਦੱਸਿਆ ਗਿਆ ਹੈ ਕਿ ਖਾਲੀ ਫਾਰਮਾਂ ਦੇ ਉੱਤੇ ਉਹਨਾਂ ਦੇ ਵੱਲੋਂ ਸਾਈਨ ਕੀਤੇ ਗਏ ਸੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਮਨਪ੍ਰੀਤ ਕੌਰ ਹੈ BC ਪਰਿਵਾਰ ਨਾਲ ਸੰਬੰਧਿਤ ਹੈ, ਉਸ ਨੂੰ SC ਬਣਾ ਦਿੱਤਾ ਗਿਆ। ਉਸ SC ਬਣਾਉਣ ਦੇ ਵਿੱਚ ਜਿਹੜੀ ਜ਼ਿਕਰ ਹੈ, ਜਿਹੜੀ ਤਸਦੀਕ ਕੀਤੀ ਗਈ ਹੈ ਉਹ ਸਰਪੰਚ ਅਮਨਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਸਭ ਕੁਝ ਤਰਤੀਬਵਾਰ ਦੱਸਿਆ ਗਿਆ, ਉਹਨਾਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ, ਤੇ ਲੋਕਪਾਲ ਸਾਹਿਬ ਦੇ ਵੱਲੋਂ ਜਿਹੜਾ ਨੋਟਿਸ ਵੀ ਬਣਦੀ ਰਿਕਵਰੀ ਦੀ ਵੀ ਗੱਲ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 15 ਦਿਨਾਂ ਦੇ ਅੰਦਰ ਜਿਹੜੀ ਰਿਕਵਰੀ ਕਰਾਈ ਜਾਣੀ ਚਾਹੀਦੀ ਹੈ, ਤੇ ਜਿਹੜੀ ਰਿਕਵਰੀ ਉਹ ਵੀ ਵਿਆਜ ਸਮੇਤ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਦੇ ਵੱਲੋਂ ਇਹ ਸਭ ਜ਼ਿਕਰ ਕੀਤਾ ਗਿਆ 15 ਦਿਨਾਂ ਦਾ। ਤੇ ਇਹ ਜਿਹੜਾ ਇਹਦਾ ਉਤਾਰਾ ਹੈ ਉਹ ਮਾਨਯੋਗ ਸੰਯੁਕਤ ਵਿਕਾਸ ਕਮਿਸ਼ਨ ਕਮ ਕਮਿਸ਼ਨ ਮਨਰੇਗਾ ਮੋਹਾਲੀ, ਮਾਨਯੋਗ ਡਿਪਟੀ ਕਮਿਸ਼ਨ ਕਮ DPC ਮਨਰੇਗਾ ਫਤਿਹਗੜ੍ਹ ਸਾਹਿਬ, ਵਧੀਕ ਡਿਪਟੀ ਕਮਿਸ਼ਨ ਕਮ ADCP ਮਨਰੇਗਾ ਫਤਿਹਗੜ੍ਹ ਸਾਹਿਬ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਤਿਹਗੜ੍ਹ ਸਾਹਿਬ ਨੂੰ ਇਸ ਦਾ ਉਤਾਰਾ ਦੇ ਦਿੱਤਾ ਗਿਆ। ਇਹ ਰਿਪੋਰਟ ਜਿਹੜੀ ਹੈਗੀ ਹੈ ਇਹ 6/9/2023 ਨੂੰ ਸਾਨੂੰ ਪ੍ਰਾਪਤ ਹੁੰਦੀ ਹੈ। 6/9/2023 ਨੂੰ ਇਹ ਰਿਪੋਰਟ ਪ੍ਰਾਪਤ ਹੁੰਦੀ ਹੈ। ਉਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ। ਇਸ ਤੋਂ ਪਹਿਲਾਂ ਪਤਾ ਸਾਨੂੰ ਵੀ ਸੀ ਕਿ ਕੀ ਕੁਝ ਹੋਇਆ ਹੈ, ਪਰੰਤੂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੁੰਦਾ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਕਿਤੇ ਨਾ ਕਿਤੇ ਕਾਰਵਾਈ ਹੁੰਦੀ ਹੈ, ਪਰ ਸਾਡੇ ਖਿਲਾਫ ਕਾਰਵਾਈ ਕਰਾਉਣ ਦੀ ਪੂਰੀ ਜਾਨੋ ਜੋ ਲਾਈ ਜਾ ਰਹੀ ਹੈ, ਕਿਉਂਕਿ ਮੇਰੇ ਵੱਲੋਂ ਆਰਟੀਆਂ ਵੀ ਪਾਈ ਗਈਆਂ BDO ਦਫ਼ਤਰ ਵਿੱਚ, ਉਹਦਾ ਵੀ ਮੈਂ ਖੁਲਾਸਾ ਕਰੂੰਗਾ। ਉਹ ਆਰਟੀਆਂ ਕਮਿਸ਼ਨਰ ਦਫ਼ਤਰ ਦੇ ਵਿੱਚ ਹੁਣ ਜਾ ਰਹੀਆਂ ਨੇ, ਉਹਨਾਂ ਦੇ ਵੱਲੋਂ ਜਵਾਬ ਨਹੀਂ ਦਿੱਤੇ ਜਾ ਰਹੇ। ਕਾਰਨ ਕੀ ਹੈ? ਕਿਉਂਕਿ BDO ਦਫ਼ਤਰ ਦੇ ਜਿਹੜੇ ਸਾਰਾ ਸਬੰਧ ਹੈ ਸਭ ਕੁਝ ਮਿਲ ਭੁਗਤ ਕੇ ਹੋਇਆ, ਸਭ ਕੁਝ ਹੋਇਆ। ਅਸੀਂ ਹਾਈ ਕੋਰਟ ਤੱਕ ਇਹਨਾਂ ਨੂੰ ਖਿੱਚਾਂਗੇ, ਉਹਨਾਂ ਨੂੰ ਪੁੱਛਾਂਗੇ ਉੱਥੇ ਕਿ ਇਹ ਗਰੀਬਾਂ ਦੇ ਹੱਕ ਕਿਵੇਂ ਮਾਰੇ ਜਾਂਦੇ ਨੇ, ਕਿਉਂਕਿ ਜਿਹੜੇ ਗਰੀਬ ਲੋਕ ਨੇ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਦੱਬਿਆਂ ਕੁਚਲਿਆਂ ਦੇ ਵਿੱਚ ਹੀ ਰੱਖਿਆ ਜਾਊਗਾ, ਫਿਰ ਇਹ ਕਹਿਣ ਦਾ ਮਤਲਬ ਆ 21ਵੀਂ ਸਦੀ ਦੇ ਵਿੱਚ ਅਸੀਂ ਜੀ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਕੀੜੇ ਮਕੌੜਿਆਂ ਦੀ ਜ਼ਿੰਦਗੀ ਜਿਉਣ ਦੇ ਵੱਲ ਧੱਕ ਰਹੇ ਹਾਂ। ਜੇ ਅਸੀਂ ਜਾਣਦੇ ਹਾਂ, ਸਾਨੂੰ ਪਤਾ ਹੈ ਕਿ ਕਾਨੂੰਨ ਇਸ ਤਰ੍ਹਾਂ ਹੈ, ਤਾਂ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਕਾਨੂੰਨ ਦੀ ਲੜਾਈ ਲੜਾਂਗੇ, ਕਾਨੂੰਨ ਦੇ ਮੁਤਾਬਕ ਚੱਲਾਂਗੇ। ਇਹ ਰਿਪੋਰਟਾਂ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ। ਇਸ ਦੇ ਵਿੱਚ ਜ਼ਿਕਰ ਇਹ ਵੀ ਕੀਤਾ ਗਿਆ ਹੈ ਕਿ ਜਿਹੜੇ ਇੱਕ GRS ਨੇ
ਜਿਹੜਾ ਜੀਆਰਐਸ ਹੈ ਉਹਦਾ ਨਾਮ ਹੈ ਮਨਦੀਪ ਸਿੰਘ। ਉਹ ਇਸ ਸਮੇਂ ਬਾਹਰ ਚਲਾ ਗਿਆ ਹੈ। ਉਹ ਵਿਅਕਤੀ ਉਸ ਦੇ ਵੱਲੋਂ ਵੀ ਇਹ ਕਰਪਸ਼ਨ ਦੇ ਵਿੱਚ ਹਿੱਸਾ ਪਾਇਆ ਗਿਆ, ਪੂਰੀ ਤਾਨੋ ਸ਼ੌਕਤ ਲਾਈ ਗਈ ਹੈ। ਉਹ ਬਾਹਰ ਗਿਆ ਕਿ ਉਹ ਜੋ ਕਿਸ ਲੈਵਲ ਦੀ ਕਰਪਸ਼ਨ ਕੀਤੀ ਹੋਵੇਗੀ, ਉਹ ਸਟੱਡੀ ਵੀਜ਼ੇ ਤੇ ਗਿਆ, ਉਹ ਕਿਸ ਵੀਜ਼ੇ ਤੇ ਗਿਆ, ਜਾਂ ਕਿਤੇ ਨਾ ਕਿਤੇ ਉਹਨੂੰ ਇਹ ਭਿਣਕ ਸੀ ਕਿ ਮੇਰੇ ਵੱਲੋਂ ਕਾਲੇ ਕਾਰੋਬਾਰ ਬਹੁਤ ਜ਼ਿਆਦਾ ਕਰ ਚੁੱਕੇ ਗਏ ਨੇ, ਕਿਤੇ ਨਾ ਕਿਤੇ ਹੁਣ ਮੇਰਾ ਪਰਦਾਫਾਸ਼ ਹੋ ਸਕਦਾ ਹੈ। ਕਿਉਂਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਵੱਡੇ ਲੀਡਰ ਅੰਦਰ ਧੱਕੇ ਜਾ ਰਹੇ ਨੇ, ਕਿਤੇ ਨਾ ਕਿਤੇ ਡਰ ਜ਼ਰੂਰ ਹੁੰਦਾ, ਪਰ ਮੈਨੂੰ ਨਹੀਂ ਪਤਾ ਉਹ ਕਿਹੜੇ ਸੰਨ ਦੇ ਵਿੱਚ ਮੁੰਡਾ ਬਾਹਰ ਗਿਆ ਹੈ, ਪਰ ਉਸ ਦਾ ਵੀ ਜ਼ਿਕਰ ਹੈ। ਜੇ ਗੱਲ ਕਰਾਂ ਵੀਡੀਓ ਵਿਭਾਗ ਤੋਂ ਲੈ ਕੇ ਸਰਪੰਚ ਅਮਨਪ੍ਰੀਤ ਸਿੰਘ ਤੇ ਬਹਾਦਰ ਸਿੰਘ ਜਿਹੜਾ ਪੰਚ ਹੈ, ਗੁਰਜਿੰਦਰ ਸਿੰਘ ਉਸ ਦਾ ਬੇਟਾ ਹੈ, ਮਨਪ੍ਰੀਤ ਕੌਰ ਉਸ ਦੀ ਨੂੰਹ ਹੈ ਜਿਸ ਦੇ ਨਾਂ ਤੇ ਇਹ ਪੈਸੇ ਆਏ ਸੀ, ਇਹਨਾਂ ਦਾ ਇਹ ਜ਼ਿਕਰ ਹੋਇਆ। ਤੇ ਟੋਟਲ ਕਿੰਨੇ ਬੰਦੇ ਨੇ ਜਿਨ੍ਹਾਂ ਦਾ ਕਰਪਸ਼ਨ ਦੇ ਵਿੱਚ ਨਾਮ ਤੁਸੀਂ ਲੈ ਦੇਖੋ ਰਹੇ ਹੋ? ਇਸ ਦੇ ਵਿੱਚ ਜਿਹੜਾ ਨਾਂ ਹੈਗਾ ਵੀਡੀਓ ਦਫ਼ਤਰ ਵਿਭਾਗ ਹੈ ਜਿਹੜਾ, ਉਹਨਾਂ ਦਾ ਨਾਂ ਚੱਲ ਰਿਹਾ ਹੈ ਤੇ 4 ਬੰਦੇ ਤਾਂ ਇਹੀ ਨੇ। ਸਰਪੰਚ ਹੋ ਗਿਆ ਅਮਨਪ੍ਰੀਤ ਸਿੰਘ, ਮਨਪ੍ਰੀਤ ਕੌਰ ਜਿਹੜੀ ਹੈਗੀ ਜਿਹਦੇ ਨਾਂ ਤੇ ਪੈਸੇ ਆਏ ਨੇ, ਗੁਰਜਿੰਦਰ ਸਿੰਘ ਉਸ ਦਾ ਘਰ ਵਾਲਾ ਹੈ, ਬਹਾਦਰ ਸਿੰਘ ਉਸ ਦਾ ਸਹੁਰਾ ਹੈ ਤੇ ਪੰਚ ਵੀ ਹੈ ਮੌਜੂਦਾ। ਇਸ ਤੋਂ ਇਲਾਵਾ ਵੀਡੀਓ ਦਫ਼ਤਰ ਦੇ ਜਸਵਿੰਦਰ ਸਿੰਘ ਵੀਡੀਓ ਉਸ ਦਾ ਜ਼ਿਕਰ ਵੀ ਹੈ। ਇਸ ਤੋਂ ਇਲਾਵਾ ਮਨਦੀਪ ਸਿੰਘ ਹੈ ਜਿਹੜਾ ਜੀਆਰਐਸ ਜਿਹੜਾ ਬਾਹਰ ਚਲੇਗਾ ਉਸ ਦਾ ਜ਼ਿਕਰ ਵੀ ਹੈ। ਤੇ ਇਸ ਰਿਪੋਰਟ ਦੇ ਵਿੱਚ ਜਿਹੜੀ ਪਹਿਲਾਂ ਹੀ ਜਿਵੇਂ ਮੇਰੇ ਵੱਲੋਂ ਦਿੱਤੀ ਗਈ ਸੀ ਵੀਡੀਓ ਦਫ਼ਤਰ ਵਿੱਚ ਇਹ ਰਿਪੋਰਟ ਦਿੱਤੀ ਗਈ ਸੀ, ਵੀਡੀਓ ਦਫ਼ਤਰ ਦਾ ਵੀ ਜ਼ਿਕਰ ਹੈ ਕਿਉਂਕਿ ਇਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਹੈ। ਜਿਵੇਂ ਇੱਕ ਗੱਲ ਕਹੀ ਸੀ ਕਿ ਮੇਰੀ ਆਰਟੀਆਂ ਦਾ ਜਵਾਬ ਨਹੀਂ ਦਿੱਤਾ ਜਾਂਦਾ, ਉਹਦਾ ਵੱਡਾ ਸਬੂਤ ਮੈਂ ਇਹ ਪੇਸ਼ ਕਰ ਸਕਦਾ ਕਿਉਂਕਿ ਮੇਰੇ ਵੱਲੋਂ ਜਦੋਂ ਇਹ ਅੱਗੇ ਕੰਪਲੇਂਟ ਦਿੱਤੀ ਗਈ ਸੀ ਉਸ ਦੇ ਵਿੱਚ ਵੀਡੀਓ ਸਾਹਿਬ ਨੂੰ ਬੁਲਾਇਆ ਗਿਆ ਸੀ, ਪਰੰਤੂ BDPO ਖੇੜਾ ਵੱਲੋਂ ਇਸ ਦੇ ਦੋਸ਼ ਦੇ ਕੋਈ ਜਵਾਬ ਨਹੀਂ ਦਿੱਤਾ ਗਿਆ। ਕਹਿਣ ਦਾ ਮਤਲਬ ਇੱਕ ਲੋਕਪਾਲ ਅਥਾਰਟੀ ਜਿਹੜੀ ਲੋਕਪਾਲ ਅਥਾਰਟੀ ਹੈ ਮਾਨਯੋਗ, ਉਹਨਾਂ ਨੂੰ ਵੀ ਟਿੱਚ ਜਾਣਿਆ ਜਾ ਰਿਹਾ, ਉਹਨਾਂ ਦੇ ਅੱਗੇ ਪੇਸ਼ ਨਹੀਂ ਹੋਇਆ ਜਾ ਰਿਹਾ, ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਾ ਰਿਹਾ। ਤਾਂ ਮੈਂ ਇੱਕ ਆਮ ਨਾਗਰਿਕ ਹਾਂ ਤਾਂ ਉਹ ਮੇਰੀਆਂ ਆਰਟੀਆਂ ਦਾ ਜਵਾਬ ਕਿਉਂ ਨਹੀਂ ਦੇ ਰਹੇ, ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ। ਤੇ ਜਦੋਂ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਹੋਈ ਸੀ ਤਾਂ ਉਦੋਂ ਇੱਕ ਜਿਹੜਾ ਰੂਲਸ ਜਿਹੜੀਆਂ ਗਾਈਡਲਾਈਨਾਂ ਕੱਢੀਆਂ ਗਈਆਂ ਸੀ ਕਿ ਜਦੋਂ ਇਸ ਕਿਸੇ ਵੀ ਪਰਿਵਾਰ ਨੂੰ ਕੋਈ ਪੈਸੇ ਦਿੱਤੇ ਜਾਣਗੇ, ਕੋਈ ਕਿਸ਼ਤਾਂ ਦੇ ਤੌਰ ਤੇ ਦਿੱਤੇ ਜਾਣਗੇ ਕਿ ਪਹਿਲਾਂ ਉਸ ਨੇ ਕਿਸ਼ਤਾਂ ਦੇ ਤਾਰੇ ਟੋਟਿਆਂ ਦੇ ਹਿਸਾਬ ਨਾਲ, ਯਾਨੀ ਕਿ 2 ਜਾਂ 3 ਕਿਸ਼ਤਾਂ ਦੇ ਹਿਸਾਬ ਨਾਲ ਪਹਿਲੇ ਪੈਸੇ ਦਿੱਤੇ ਜਾਣਗੇ ਜਿਹੜੇ ਗਰੀਬ ਪਰਿਵਾਰ ਹੋਣਗੇ। ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੈਸਾ ਗਿਆ? ਤੁਹਾਡੀ ਰਿਪੋਰਟ ਕੀ ਕਹਿੰਦੀ ਹੈਗੀ ਹੈ ਕਿ ਇਕੱਠਾ ਪੈਸਾ ਗਿਆ, ਕਿਸ਼ਤਾਂ ਦੇ ਨਾਲ ਗਿਆ, ਜਾਂ ਕਿੰਨੇ ਕੁ ਜਿਹੜੇ ਲੋਕਾਂ ਦਾ ਪੈਸਾ ਹੈ ਉਹਨਾਂ ਨੇ ਗਮਨ ਕੀਤਾ? ਦੇਖੋ ਗੱਲ ਇਹ ਹੈ ਜੋ ਇਸ ਰਿਪੋਰਟ ਦੇ ਤੱਥ ਨੇ, ਇਸ ਦੇ ਆਧਾਰ ਤੇ ਉਹਨਾਂ ਨੂੰ 2 ਕਿਸ਼ਤਾਂ ਗਈਆਂ ਨੇ, 2 ਕਿਸ਼ਤਾਂ ਦੇ ਵਿੱਚ ਉਹਨਾਂ ਨੂੰ ਪੈਸੇ ਗਏ ਨੇ। ਸ਼ਾਇਦ ਤੀਜੀ ਕਿਸ਼ਤ ਵੀ ਪੈਣੀ ਸੀ ਕਿਉਂਕਿ 1,20,000 ਰੁਪਇਆ ਸੈਂਕਸ਼ਨ ਹੋ ਚੁੱਕਿਆ ਸੀ, 1,02,000 ਉਹਨਾਂ ਨੂੰ ਜਾ ਚੁੱਕਿਆ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ, ਪਤਾ ਲੱਗਿਆ ਸਾਨੂੰ ਵੀ, ਅਸੀਂ ਵੀ ਅਵੇਅਰ ਸੀ, ਸਾਨੂੰ ਵੀ ਪਤਾ ਸੀ ਕਿ ਕੀ ਕੁਝ ਚੱਲ ਰਿਹਾ ਪਿੰਡ ਦੇ ਵਿੱਚ। ਮੈਂ ਤੁਹਾਨੂੰ ਦੱਸਾਂ ਕਿ ਇੰਨੇ ਕੁ ਵੱਡੇ ਘਪਲੇ ਨੇ, ਸਾਨੂੰ ਰਿਕਾਰਡ ਨਹੀਂ ਦਿੱਤਾ ਜਾ ਰਿਹਾ। ਅਸੀਂ ਆਰਟੀਆਂ ਪਾ ਕੇ ਰਿਕਾਰਡ ਮੰਗ ਰਹੇ ਹਾਂ, ਰਿਕਾਰਡ ਨਹੀਂ ਦਿੱਤਾ ਜਾ ਰਿਹਾ। ਸਿੱਧੇ ਤੌਰ ਤੇ ਸਾਨੂੰ ਇੱਥੋਂ ਤੱਕ ਧਮਕੀਆਂ ਦਿੱਤੀ ਜਾ ਰਹੀਆਂ ਕਿ ਤੁਸੀਂ ਦਫ਼ਤਰ ਆਓਗੇ, ਤੁਹਾਡੇ ਤੇ ਬਦਤਮੀਜ਼ੀ ਦੇ ਇਲਜ਼ਾਮ ਲਾਵਾਂਗੇ, ਤੁਹਾਨੂੰ ਅੰਦਰ ਦੇਵਾਂਗੇ। ਸਾਨੂੰ ਮਿਸਬਿਹੇਵ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਆਓਗੇ, ਸਾਡੇ ਦਫ਼ਤਰ ਆਓਗੇ, ਅਸੀਂ ਮਿਸਬਿਹੇਵ ਕਰਾਂਗੇ। ਕਿਉਂਕਿ ਜਿਸ ਤਰ੍ਹਾਂ ਦੀ ਬੋਲੀ ਜਾ ਰਹੀ ਹੈ, ਜਿਸ ਤਰ੍ਹਾਂ ਦਾ ਤੋਤਾ ਬੁਲਾਇਆ ਜਾ ਰਿਹਾ, ਅਸੀਂ ਵੀ ਜਾਣਦੇ ਹਾਂ, ਅਸੀਂ ਵੀ ਵੇਖਦੇ ਹਾਂ ਕਿ ਅੰਦਰ ਕੀ ਚੱਲ ਰਿਹਾ। ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਹੁਣ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਕਿਤੇ ਨਾ ਕਿਤੇ ਇਸ ਰਿਪੋਰਟ ਤੋਂ ਬਚਣ ਦੇ ਲਈ ਮੇਰੇ ਤੇ ਜਾਂ ਜਿਹੜਾ ਮੇਰੇ ਨਾਲ ਦੂਜਾ ਵਿਅਕਤੀ ਹੈ ਕਮਲਪ੍ਰੀਤ ਸਿੰਘ, ਉਹਨਾਂ ਤੇ ਕਾਰਵਾਈ ਕਰਾਈ ਜਾਵੇ ਜਾਂ ਕਿਸੇ ਹੋਰ ਪਰਸਨ ਨੂੰ ਫਸਾਇਆ ਜਾਵੇ ਜਿਹੜਾ ਸਾਡਾ ਸੰਬੰਧੀ ਹੋਵੇ। ਕਿਤੇ ਨਾ ਕਿਤੇ ਮਤਲਬ ਇਹ ਸਭ ਕੁਝ ਦਬਾਉਣ ਦੀ ਤਿਆਰੀਆਂ ਹੁਣ ਹੋ ਰਹੀਆਂ, ਪਰ ਅਸੀਂ ਇੰਨਾ ਕੁ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ, ਮਰ ਸਕਦੇ ਹਾਂ, ਮਿਟ ਸਕਦੇ ਹਾਂ, ਪਰ ਦਬ ਨਹੀਂ ਸਕਦੇ। ਪਰ ਇਹਦੀਆਂ ਗਵਰਨਮੈਂਟ ਰਾਹੀਂ ਤਾਂ ਸਕੀਮਾਂ ਰਾਹੀਂ ਉਹ ਟੀਮਾਂ ਬਣਾਈਆਂ ਗਈਆਂ ਹੁੰਦੀਆਂ ਹੈ ਕਿ ਜਦ ਕਿਸੇ ਨੂੰ ਕਿਸ਼ਤ ਜਾਂਦੀ ਹੈ ਤਾਂ ਉਹਦੀ ਜਾਂਚ ਹੁੰਦੀ ਹੈ, ਉਹਦੀ ਫੋਟੋਗ੍ਰਾਫਰੀ ਹੁੰਦੀ ਹੈ, ਉਹਦੀ ਵੀਡੀਓਗ੍ਰਾਫਰੀ ਹੁੰਦੀ ਹੈ ਕਿ ਸਹੀ ਜਗ੍ਹਾ ਪੈਸਾ ਲੱਗਿਆ, ਸਹੀ ਬੰਦੇ ਨੂੰ ਪੈਸਾ ਪਹੁੰਚਿਆ, ਉਹਦੀ ਵੀਡੀਓਗ੍ਰਾਫੀ ਯਾਨੀ ਕਿ ਸਬੂਤ ਰੱਖਿਆ ਜਾਂਦਾ ਹੈ। ਤਾਂ ਪਰ ਇਹਨਾਂ ਦਾ ਕੋਈ ਸਬੂਤ ਨਹੀਂ ਰੱਖਿਆ ਗਿਆ। ਦੇਖੋ ਕੀ ਲੱਗਦਾ ਤੁਹਾਨੂੰ? ਦੇਖੋ ਜਿਹੜੇ ਸਬੂਤ ਲਗਾਏ ਗਏ ਸੀ ਉਹ ਮਾਨਯੋਗ ਲੋਕਪਾਲ ਸਾਹਿਬ ਵੱਲੋਂ ਸਭ ਕੁਝ ਜਾਂਚ ਪੜਤਾਲ ਕੀਤੀ ਗਈ ਹੈ, ਦੇਖੇ ਗਏ ਨੇ, ਉਹਨਾਂ ਦੇ ਆਧਾਰ ਤੇ ਹੀ ਇਹ ਸਾਰਾ ਕੁਝ ਹੋਇਆ। ਕਿਉਂਕਿ ਤੁਸੀਂ ਕਹਿ ਰਹੇ ਹੋ ਫੋਟੋਆਂ ਤਾਰੀ ਜਾਂਦੀਆਂ, ਉਹ ਫੋਟੋਆਂ ਕੌਣ ਤਾਰਨ ਵਾਲੇ? ਅਮਨਦੀਪ ਸਿੰਘ ਜਿਹੜੇ ਬਾਹਰ ਚਲੇ ਗਏ, ਇਹ ਫੋਟੋਆਂ ਤਾਰਨ ਵਾਲੇ ਜੀਆਰਐਸ ਉਹ ਇਹ ਨੇ। ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹਦੇ ਵਿੱਚ ਕੀ ਚੱਲਿਆ, ਤੁਸੀਂ ਕਿੰਨਾ ਕੀ ਕੁਝ ਕੀਤਾ ਹੈ, ਕਿ ਤੁਸੀਂ ਕਿੰਨੀ ਕਰਪਸ਼ਨ ਕੀਤੀ ਹੈ। ਮੈਂ ਉਹ ਇੱਕ ਜ਼ਿਕਰ ਕਰ ਰਿਹਾ ਨਾ। ਦੇਖੋ ਜਦੋਂ ਪਰਤ ਖੁੱਲ੍ਹਦੀ ਹੈ ਫਿਰ ਪਤਾ ਲੱਗਦਾ। ਅਜੇ ਇੱਕ ਰਿਪੋਰਟ ਹੈ, ਇੱਕ ਪਿੰਡ ਦੀ ਰਿਪੋਰਟ ਖੁੱਲ੍ਹੀ ਹੈ, ਜੇ ਪੂਰੇ ਬਲਾਕ ਖੇੜੇ ਦੀ ਨਿਕਲੂਗੀ, ਪੂਰੇ ਪੰਜਾਬ ਦੀ ਨਿਕਲੂਗੀ, ਫਿਰ ਤੁਸੀਂ ਇਹ ਜਿਹੜਾ ਅੰਕੜਾ ਹੈ ਇਹ ਕਰੋੜਾਂ 'ਚ ਨਹੀਂ 100-200 ਕਰੋੜਾਂ 'ਚ ਜਾਊਗਾ। ਤਾਂ ਤੁਹਾਡੇ ਮੁਤਾਬਕ ਤੁਹਾਡੇ ਪਿੰਡ ਮਹਿਤਾਬਗੜ੍ਹ ਦੇ ਵਿੱਚ ਤਾਂ ਕਿੰਨੇ ਕੁ ਲੋਕਾਂ ਦੇ ਜਿਹੜੇ ਪੈਸੇ ਨੇ ਉਹ ਪੰਚ ਤੇ ਸਰਪੰਚਾਂ ਵੱਲੋਂ ਗਮਨ ਕੀਤੇ ਗਏ ਨੇ? ਦੇਖੋ ਕਿਉਂਕਿ ਸਿੱਧੇ ਤੌਰ ਤੇ ਅਸੀਂ ਇਸ ਤਰ੍ਹਾਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਗਾ ਸਕਦੇ, ਤੱਥਾਂ ਦੇ ਆਧਾਰ ਤੇ ਗੱਲ ਹੁੰਦੀ ਹੈ। ਜਿਹੜੇ ਸਾਡੇ ਕੋਲ ਤੱਥ ਹੈ, ਇੱਕ ਰਿਪੋਰਟ ਦੇ ਤੱਥ ਮੇਰੇ ਕੋਲ ਆ ਚੁੱਕੇ ਨੇ, ਉਹ ਮੈਂ ਤੁਹਾਡੇ ਅੱਗੇ ਰੱਖ ਰਿਹਾ। ਇਸ ਤੋਂ ਬਾਅਦ ਜਦੋਂ ਮੈਨੂੰ ਪੰਚਾਇਤ ਦਾ ਡੇਟਾ ਮਿਲੂਗਾ,
ਜਦੋਂ ਮੈਨੂੰ ਰਿਕਾਰਡ ਮਿਲੂਗਾ, ਰਿਕਾਰਡ ਦੇ ਵਿੱਚ ਮੈਂ ਮੰਗਿਆ ਗਿਆ ਹੈ ਕਿ ਮੈਨੂੰ ਹਰ ਚੀਜ਼ ਦਿੱਤੀ ਜਾਵੇ ਜਿਹੜੀ ਕਾਰਵਾਈ ਰਜਿਸਟਰ ਤੋਂ ਲੈ ਕੇ ਕੋਟੇਸ਼ਨਾਂ ਤੱਕ, ਕਿਉਂਕਿ ਕੋਟੇਸ਼ਨਾਂ ਉਹ ਹੁੰਦੀਆਂ ਨੇ ਜਦੋਂ ਅਸੀਂ ਕੋਈ ਚੀਜ਼ ਖਰੀਦਣ ਜਾਂਦੇ ਹਾਂ ਤਾਂ ਸਾਨੂੰ ਕੋਟੇਸ਼ਨ ਦੇਣੀ ਪੈਂਦੀ ਹੈ ਕਿ ਇੰਨਾ ਦੁਕਾਨਦਾਰ ਫਲਾਣਾ ਰੇਟ ਲਾ ਰਿਹਾ, ਇੰਨਾ ਫਲਾਣਾ। ਉਹ ਸਾਰਾ ਕੁਝ ਜਦੋਂ ਮੇਰੇ ਕੋਲ ਸਾਰਾ ਕੁਝ ਆਊਗਾ ਉਸ ਤੋਂ ਬਾਅਦ ਫਿਰ ਮੈਂ ਮੀਡੀਆ ਦੇ ਸਾਹਮਣੇ ਆਊਂਗਾ ਤੇ ਨੈਕਸਟ ਜਿਹੜਾ ਮੈਂ ਖੁਲਾਸਾ ਕਰੂੰਗਾ ਉਹ ਆਰਟੀਆਂ ਨੂੰ ਲੈ ਕੇ ਵੀ ਕਰੂੰਗਾ ਕਿ ਆਰਟੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੋਕੀਆਂ ਜਾਂਦੀਆਂ ਨੇ, ਉਹਦਾ ਰੋਕਣ ਦਾ ਕਾਰਨ ਕੀ ਹੁੰਦਾ ਹੈ। ਤੇ ਨੈਕਸਟ ਨਾਲ ਇਹ ਵੀ ਗੱਲ ਹੈ ਕਿ ਇੱਕ ਮੇਰੇ ਪਿੰਡ ਦੇ ਵਿੱਚ ਹੋਰ ਕੁਝ ਵੀ ਬਹੁਤ ਕੁਝ ਹੋਇਆ ਉਹਨਾਂ ਦਾ ਸਭ ਦਾ ਜਦੋਂ ਤੱਥ ਮੇਰੇ ਸਾਹਮਣੇ ਹੋਣਗੇ, ਮੇਰੇ ਕੋਲ ਹੋਣਗੇ, ਉਹਦਾ ਵੀ ਜ਼ਿਕਰ ਕਰੂੰਗਾ। ਹਰ ਚੀਜ਼ ਦਾ ਤਰਤੀਬਵਾਰ ਜ਼ਿਕਰ ਕਰੂੰਗਾ। ਜਦੋਂ ਡੇਟਾ ਹੱਥ 'ਚ ਆਇਆ ਕਰੂਗਾ ਉਦੋਂ ਤੁਹਾਡੇ ਨਾਲ ਰੂਬਰੂ ਹੋਇਆ ਕਰੂੰਗਾ, ਤੁਹਾਨੂੰ ਦੱਸਿਆ ਕਰੂੰਗਾ ਕਿ ਇਹ ਕੁਝ ਹੋਰ ਵੀ ਹੈ ਜੀ। ਤਾਂ ਚੰਨੀ ਸਾਹਿਬ ਇਹ ਇੱਕ ਗੱਲ ਹੈਗੀ ਹੈ, ਕਿਉਂਕਿ ਦਰਸ਼ਕ ਜ਼ਰੂਰ ਇਹ ਜਾਣਨਾ ਚਾਹਣਗੇ ਤਾਂ ਜਿਹੜੇ ਕੁਝ ਲੋਕ ਨੇ ਜਦੋਂ ਆਰਟੀਆਈ ਪਾਉਂਦੇ ਨੇ ਤਾਂ ਉਹ ਜਦੋਂ ਆਰਟੀਆਈ ਪਾਉਂਦੇ ਨੇ ਤਾਂ ਉਹ ਜਿਹੜੇ ਭ੍ਰਿਸ਼ਟਾਚਾਰੀ ਹੁੰਦੇ ਨੇ ਉਹਨਾਂ ਦਾ ਜਦੋਂ ਨਾਮ ਲੈਂਦੇ ਨੇ, ਜਦੋਂ ਜ਼ਿਕਰ ਕਰਦੇ ਆ ਉਹਨਾਂ ਦਾ, ਤਾਂ ਉਹਨਾਂ ਦੇ ਵੱਲੋਂ ਇੱਕ ਬਲੇਮ ਜ਼ਰੂਰ ਲਗਾਇਆ ਜਾਂਦਾ ਵੀ ਇਹ ਸਾਡਾ ਨਾਮ ਬਦਨਾਮ ਕਰ ਰਹੇ ਨੇ, ਇਹ ਆਰਟੀਆਈ ਰਾਹੀਂ ਸਾਡੇ ਤੋਂ ਰਿਸ਼ਵਤ ਮੰਗਦੇ ਨੇ। ਤਾਂ ਕੀ ਤੁਸੀਂ ਵੀ ਕਿਸੇ ਪੈਸੇ ਦੇ ਚੱਕਰ 'ਚ ਨਹੀਂ ਆਰਟੀਆਈ ਪਾ ਰਹੇ? ਇੱਕ ਗੱਲ ਦਾ ਜਵਾਬ ਦੇ ਮੈਨੂੰ, ਆਰਟੀਆਈ ਇੱਕ ਕਾਨੂੰਨ ਬਣਿਆ, ਅਸੀਂ ਇਸ ਦੇਸ਼ ਦੇ ਵਾਸੀ ਹਾਂ, ਅਸੀਂ ਟੈਕਸ ਪੇਅਰ ਹਾਂ। ਚਾਹੇ ਅਸੀਂ ਜੇ ਕੋਕਾ ਕੋਲਾ ਦੀ ਬੋਤਲ ਵੀ ਲੈਣ ਜਾਂਦੇ ਆ ਨਾ, ਜਾਂ ਕਿਤੇ ਜਾ ਕੇ ਬਰਗਰ ਕਿੰਗ ਦੇ ਵਿੱਚ ਬਰਗਰ ਵੀ ਖਾਂਦੇ ਆ, ਹਰ ਜਗ੍ਹਾ ਅਸੀਂ ਟੈਕਸ ਦਿੰਦੇ ਆ। ਇਹ ਸਾਡੀ ਟੈਕਸ ਦਾ ਪੈਸਾ ਹੈ, ਇਹ ਸਾਡੇ ਟੈਕਸ ਦਾ ਪੈਸਾ। ਇਹ ਉਹਨਾਂ ਨੂੰ ਮਿਲਣਾ ਹੈ ਜਿਹੜੇ ਗਰੀਬ ਨੇ, ਜਿਨ੍ਹਾਂ ਨੂੰ ਸਾਡੇ ਲੈਵਲ ਲੈ ਕੇ ਆਉਣਾ, ਜਿਹੜੇ ਵਿਚਾਰੇ ਗਰੀਬ ਨੇ, ਦੱਬੇ ਕੁਚਲੇ ਨੇ, ਉਹਨਾਂ ਨੂੰ ਜਦੋਂ ਸਰਕਾਰਾਂ ਚਾਹੁੰਦੀਆਂ ਨੇ ਕਿ ਬਰਾਬਰ ਲੈ ਕੇ ਆਉਣਾ ਤਾਂ ਉਹਨਾਂ ਨੂੰ ਇਹ ਪੈਸਾ ਦਿੱਤਾ ਜਾਂਦਾ ਹੈ। ਉਹ ਪੈਸਾ ਕਿ ਸਰਕਾਰ ਆਪਣੀ ਜੇਬ ਤੋਂ ਤਾਂ ਦਿੰਦੀ ਨਹੀਂ, ਸਰਕਾਰ ਲੋਕਾਂ ਦੀ ਹੈ ਤੇ ਲੋਕ ਸਰਕਾਰ ਦੇ ਨੇ, ਤੇ ਸਰਕਾਰ ਇਹ ਚੀਜ਼ਾਂ ਦਿੰਦੀ ਹੈ। ਪਰ ਜਿਹੜੀ ਆਰਟੀ ਹੈ, ਜੇ ਮੰਨ ਕੇ ਚਲੋ ਠੀਕ ਹੈ, ਤੁਹਾਡੀ ਮੈਂ ਗੱਲ ਦਾ ਤੁਹਾਡੀ ਦਾ ਜਵਾਬ ਦੇ ਦਿੰਦਾ, ਜਦੋਂ ਆਰਟੀਏ ਦੇ ਵਿੱਚ ਬਿਲਕੁਲ ਪਾਕ ਸਾਫ਼ ਹੈ, ਉਹਨਾਂ ਨੂੰ ਦੇਣ ਦਾ ਇਤਰਾਜ਼ ਕੀ ਹੈ? ਜਦੋਂ ਬਿਲਕੁਲ ਸਾਫ਼ ਨੇ, ਚਿੱਟੇ ਨੇ, ਫਿਰ ਉਹਨਾਂ ਨੂੰ ਦੇਣ ਦਾ ਅਹਿਸਾਸ ਕੀ ਹੈ? ਉਹਨਾਂ ਨੂੰ ਕੀ ਜ਼ਿਕਰ ਕੀ ਹੈ? ਜਦੋਂ ਪਤਾ ਹੈ ਕਿ ਮੈਂ ਕਪੜਾ ਕੀਤਾ ਨਹੀਂ ਤਾਂ ਮੈਂ ਡਰੂੰਗਾ ਕਿਉਂ? ਚੱਕ ਕੇ ਰੱਖੋ, ਅਗਲੇ ਦਿਨ ਮੁਰੇ ਲਿਖ ਲੈ ਭਾਈ, ਕਰ ਲੈ ਜੋ ਤੇ ਤੋਂ ਹੁੰਦਾ ਤੂੰ ਕਰ, ਦੇਖ ਰਿਪੋਰਟ ਪੜ੍ਹ, ਸਭ ਕੁਝ ਕਰ, ਜੋ ਠੀਕ ਹੈ ਦੇਖ ਲੈ, ਜੋ ਗਲਤ ਹੈ ਤੂੰ ਦੱਸ ਦੇ, ਜੇ ਹੋਏਗਾ ਉਹ ਦੇਣ ਦਾ ਕੀ ਹੈ? ਅਸਲ ਦੇ ਵਿੱਚ ਠੀਕ ਹੈ, ਇਹ ਗੱਲ ਮੈਂ ਤੁਹਾਡੀ ਮੰਨਦਾ ਕਿ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ। ਬਹੁਤ ਲੋਕ ਇਦਾਂ ਦੇ ਸਮਾਜ ਦੇ ਵਿੱਚ ਹੈ ਨਹੀਂ ਜਿਨ੍ਹਾਂ ਨੇ ਕਿਤੇ ਕਿਤੇ ਜਿਹੜੇ ਆਰਟੀਆਈ ਐਕਟਿਵਿਸਟ ਨੇ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਲੋਕ ਕਿਤੇ ਨਾ ਕਿਤੇ ਇਹ ਬਲੇਮ ਗੇਮ ਵੀ ਕਰਦੇ ਨੇ, ਕੁਝ ਲੋਕ ਰਿਸ਼ਵਤਾਂ ਵੀ ਲੈਂਦੇ ਨੇ, ਪਰ ਮੈਨੂੰ ਸਾਬਤ ਕਰ ਦੇਣ, ਅੱਜ ਤੱਕ ਸਾਬਤ ਕਰ ਦੇਣ। ਹਾਂ, ਮੈਨੂੰ ਕਿਤੇ ਨਾ ਕਿਤੇ ਹੁਣ ਦੂਜੇ ਵਿਚੋਲੇ ਪੈ ਕੇ ਗੱਲ ਜ਼ਰੂਰ ਚੱਲਣੀ ਸ਼ੁਰੂ ਹੋ ਗਈ, ਤੁਸੀਂ ਬੰਦ ਕਰੋ, ਐਂ ਕਰੋ, ਪਰ ਨਹੀਂ, ਜੋ ਸੱਚ ਹੈ ਉਹ ਅਸੀਂ ਮੀਡੀਆ ਦੇ ਲੈ ਕੇ ਧਮਕੀਆਂ ਆ ਰਹੀਆਂ ਨੇ, ਥ੍ਰੈਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀ ਜਾਂਦੀ ਹੈ, ਪਰ ਡਾਇਰੈਕਟਲੀ ਤੌਰ ਤੇ ਨਹੀਂ, ਕਿਉਂਕਿ ਜਦੋਂ ਕੋਈ ਡਾਇਰੈਕਟਲੀ ਥ੍ਰੈਟ ਕਰੂਗਾ, ਕੋਈ ਖੜ ਕੇ ਡਾਇਰੈਕਟ ਕਰੂਗਾ, ਫਿਰ ਜ਼ਰੂਰ ਹੈ। ਹੁਣ ਥਰਡ ਪਰਸਨ ਤੋਂ ਕੋਈ ਜਾ ਰਿਹਾ ਪਰਸਨ, ਉਹਦੇ ਤੋਂ ਕਹਾਤਾ ਕਿ ਤੂੰ ਖੈਰ ਨਹੀਂ ਫਿਰ ਤੇਰੀ, ਮਤਲਬ ਇਦਾਂ ਦੀਆਂ ਗੱਲਾਂ ਕਹਿਣ ਤੋਂ ਕੋਈ ਫਰਕ ਨਹੀਂ ਪੈਂਦਾ। ਕੋਈ ਕਿਤੇ ਮਰਨਾ ਹੈ, ਭਗਤ ਸਿੰਘ 23 ਸਾਲ ਚਲਾ ਗਿਆ, ਮੈਂ 36 ਦਾ ਹੋ ਗਿਆ ਜੀ। ਤੇ ਇਹ ਗੱਲ ਕਰਨਾ ਚਾਹਾਂਗੇ ਕਿ ਜੇਕਰ ਹੁਣ ਤੁਹਾਡੀ ਇੱਕ ਆਰਟੀਆਈ ਦਾ ਜਵਾਬ ਆਇਆ ਤਾਂ ਤੁਹਾਡੇ ਵੱਲੋਂ ਕਿੰਨੀਆਂ ਆਰਟੀਆਈ ਜਿਹੜੀਆਂ ਨੇ ਆਪਣੇ ਪਿੰਡ ਦੇ ਲਈ ਅਪਲਾਈ ਕੀਤੀਆਂ ਹੋਈਆਂ ਨੇ, ਜਾਂ ਫਿਰ ਹੋਰ ਵੀ ਤੁਸੀਂ ਕਿਸੇ ਪਿੰਡ ਦੀ ਜਾਂ ਕਿਸੇ ਸੰਸਥਾ ਦੀ ਜਾਂ ਸਰਕਾਰੀ ਦਫ਼ਤਰਾਂ ਦੀ ਜਿਹੜੀ ਆਰਟੀਆਈ ਪਾ ਚੁੱਕੇ? ਦੇਖੋ, ਮੈਂ ਜਿਹੜੀ ਸਾਫ਼ ਜੀ ਗੱਲ ਕਰਾਂ ਕਿ ਮੈਂ ਕਦੇ ਕਿਸੇ ਪਿੰਡ ਦੇ ਵਿੱਚ ਜਾ ਕੇ ਕੋਈ ਦਖਲਅੰਦਾਜ਼ੀ ਨਹੀਂ ਕਰ, ਕਿਉਂਕਿ ਪਿੰਡ ਮੇਰਾ, ਮੇਰੇ ਲੋਕ ਨੇ, ਪਿੰਡ ਦੇ ਵਿੱਚ ਵਸਦੇ ਨੇ, ਮੈਂ ਉਹਨਾਂ ਦੇ ਨਾਲ ਹੱਸਦਾ ਖੇਡਦਾ, ਉਹ ਮੇਰੇ ਚੰਗੇ ਬੰਦੇ ਦੇ ਹਰ ਜਗ੍ਹਾ ਮੇਰਾ ਸਾਥ ਦਿੰਦੇ ਨੇ। ਕਦੋਂ ਮੇਰੇ ਤੇ ਬੁਰਾ ਵਕਤ ਆਉਂਦਾ ਮੇਰੇ ਨਾਲ ਖੜਦੇ ਨੇ, ਜਦੋਂ ਮੇਰਾ ਚੰਗਾ ਹੁੰਦਾ ਮੇਰੇ ਨਾਲ ਖੁਸ਼ੀ ਬਣਾਉਂਦੇ ਨੇ, ਕਿਉਂਕਿ ਮੈਂ ਆਪਣੇ ਪਿੰਡ ਦਾ ਹੀ ਵਿਕਾਸ ਕਰਨਾ ਚਾਹੁੰਦਾ, ਮੈਂ ਆਪਣੇ ਪਿੰਡ ਦੀ ਹੀ ਸਭ ਕੁਝ ਕਰਨਾ ਚਾਹੁੰਦਾ। ਦੂਜੇ ਪਿੰਡਾਂ ਦੇ ਵਿੱਚ ਠੀਕ ਹੈ, ਜਿਹੜੇ ਲੋਕ ਚਾਹੁੰਦੇ ਨੇ, ਕਿਉਂਕਿ ਹਰ ਪਿੰਡ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ, ਜਿਹੜੇ ਲੋਕ ਚਾਹੁੰਦੇ ਨੇ ਕਿ ਸਾਡਾ ਪਿੰਡ ਖੁਸ਼ਹਾਲ ਵਸੇ, ਸਾਡੇ ਪਿੰਡ ਦੇ ਵਿੱਚ ਇਦਾਂ ਦੇ ਭ੍ਰਿਸ਼ਟਾਚਾਰ ਨਹੀਂ ਹੋਣੇ ਚਾਹੀਦੇ, ਉਹ ਕਰਨ। ਮੈਂ ਆਪਣੇ ਪਿੰਡ ਦਾ ਹੀ ਸਾਰਾ ਡੇਟਾ ਲੈ ਰਿਹਾ ਕਿ ਆਪਣੇ ਪਿੰਡ ਦੇ ਡੇਟੇ ਤੇ ਹੀ ਉਹ ਆਚ ਕਰ ਰਿਹਾ। ਇੱਕ ਡੇਟਾ ਮੇਰੇ ਹੱਥ ਲੱਗਿਆ ਸੀ, ਉਸ ਦੇ ਵਿੱਚ ਸਭ ਕੁਝ ਮੈਂ ਉਹ ਪੜ੍ਹਦੇ ਖੋਲ੍ਹ ਕੇ ਰੱਖਤੇ। ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਕਿਹਾ ਸੀਗਾ ਆਰਟੀ ਪਾਉਣ ਦਾ, ਜਿਹੜਾ ਇਹ ਰਿਪੋਰਟ ਦੇ ਵਿੱਚ ਵੀ ਖੁਲਾਸਾ ਹੋ ਰਿਹਾ ਹੈ, ਇਸ ਦੇ ਵਿੱਚ ਵੀ ਜਿਹੜੀ ਮਨਪ੍ਰੀਤ ਕੌਰ ਹੈ ਉਹ BC ਪਰਿਵਾਰ ਨਾਲ ਹੈ, ਉਹਨੂੰ SC ਦਿਖਾਇਆ ਗਿਆ। ਇਸ ਦਾ ਜ਼ਿਕਰ ਵੀ ਆਰਟੀ ਦੇ ਵਿੱਚ ਹੋਇਆ, ਇਸ ਦਾ ਤੁਸੀਂ ਦੇਖ ਸਕਦੇ ਹੋ, ਪਹਿਲੀ ਆਰਟੀ ਹੈ, ਇਹਦੇ ਵਿੱਚ ਲਿਖਿਆ ਗਿਆ ਕਿ ਇਹ ਮਨਪ੍ਰੀਤ ਕੌਰ OBC ਪਰਿਵਾਰ ਨਾਲ ਸੰਬੰਧਿਤ ਹੈ, ਜਿਸ ਨੂੰ SC ਬਣਾ ਕੇ ਉਕਤ ਸਕੀਮ ਦਾ ਲਾਭ ਪਹੁੰਚਾਇਆ ਗਿਆ, ਜਿਸ ਦਾ ਖੁਲਾਸਾ BDPO ਦਫ਼ਤਰ ਵੱਲੋਂ RTI 117 ਮਿਤੀ 16/6/2023 ਰਾਹੀਂ ਹੋਇਆ। ਇਹ ਜਿਹੜੀ ਮਨਪ੍ਰੀਤ ਕੌਰ ਹੈ, ਇਹ ਆਪਣਾ ਕਿਹੜੇ ਪਰਿਵਾਰ ਦੇ ਨਾਲ ਸੰਬੰਧਿਤ ਹੈਗੀ ਹੈ? ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਚਾਇਤ ਤੇ ਜਿਹੜੇ ਪੰਚ ਨੇ, ਇਹ ਕਿਸੇ ਸੰਬੰਧਿਤ ਹੈਗੇ ਨੇ, ਰਿਸ਼ਤੇਦਾਰ ਹੈਗੇ ਨੇ ਕਿਸੇ? ਬਿਲਕੁਲ, ਜਿਹੜਾ ਬਹਾਦਰ ਸਿੰਘ ਹੈ, ਪੰਚ ਹੈ ਇਸ ਪੰਚਾਇਤ ਦੇ ਵਿੱਚ, ਉਹਦੀ ਇਹ ਨੂੰਹ ਹੈ ਜੀ, ਉਹਦਾ ਬੇਟਾ ਹੈ ਗੁਰਜਿੰਦਰ ਸਿੰਘ, ਸਕਾ ਬੇਟਾ ਹੈ, ਠੀਕ ਹੈ, ਉਹਦੀ ਇਹ ਨੂੰਹ ਹੈ। ਤੇ ਇਹ ਸਭ ਕੁਝ ਬਲੇਮ ਗੇਮ ਸਭ ਘੁੰਮ ਕੇ ਗੱਲਾਂ ਹੋਈਆਂ। ਤਾਂ ਇਹ ਜਾਣਨਾ ਚਾਹਾਂਗੇ, ਦਰਸ਼ਕ ਜ਼ਰੂਰ ਜਾਣਨਾ ਚਾਹਣਗੇ ਕਿ ਜਿਹੜੇ ਜਿਸ ਵਿਅਕਤੀ ਦੇ ਜੋ ਗਰੀਬ ਪਰਿਵਾਰ ਸੀਗਾ, ਜਿਨ੍ਹਾਂ ਨੂੰ ਇਹ ਲਾਭ ਨਹੀਂ ਮਿਲ ਸਕਿਆ, ਕੀ ਤੁਸੀਂ ਉਹਨਾਂ ਦੀ ਪੁਸ਼ਟੀ ਕੀਤੀ ਹੈ ਕਿ ਤੁਹਾਡੀ ਰਿਪੋਰਟ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਇਆ ਕਿ ਕਿਹੜੇ ਬੰਦੇ ਨੂੰ ਜਾਂ ਕਿਹੜੇ ਪਰਿਵਾਰ ਨੂੰ ਪੈਸੇ ਮਿਲਨੇ ਸੀਗੇ, ਜਿਹੜੇ ਪਰਿਵਾਰ ਜਿਹੜਾ ਮਨਪ੍ਰੀਤ ਨੂੰ ਮਿਲੇ? ਦੇਖੋ, ਮੈਂ ਕਿਸੇ ਰਿਪੋਰਟ 'ਚ ਇਹ ਗੱਲ ਦਾ ਜ਼ਿਕਰ ਕਰਨ ਦਾ ਮੈਨੂੰ ਕੋਈ ਅਧਿਕਾਰ ਨਹੀਂ ਹੈ, ਇਹ ਅਧਿਕਾਰ ਕਾਨੂੰਨ ਦੇ ਵਿੱਚ ਹੈ। ਕੋਈ ਵੀ ਬੰਦਾ ਹੈ ਪਿੰਡ ਦਾ ਆਪਣਾ ਫਾਰਮ ਭਰ ਸਕਦਾ, ਅਗਰ ਉਹ ਐਪਲੀਕੇਬਲ ਹੋਏਗਾ ਤਾਂ ਗਵਰਨਮੈਂਟ ਉਹਨੂੰ ਸਕੀਮ ਦੇਗੀ। ਬਟ ਕਿਤੇ ਨਾ ਕਿਤੇ ਜਿਹੜੇ ਪਰਿਵਾਰ ਸੀ
ਮੈਨੂੰ ਲੱਗਦਾ ਪਰ ਉਹਨਾਂ ਦਾ ਵੀ ਜਾਂਚ ਹੋਣੀ ਜ਼ਰੂਰੀ ਹੈ ਕਿਉਂਕਿ ਆਰਟੀ ਜਿਹੜੀ ਇਹਦੇ ਵਿੱਚ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਤੁਹਾਡੇ ਕੋਲ ਟੈਲੀਵਿਜ਼ਨ ਵੀ ਤੁਹਾਡੇ ਕੋਲ ਫ੍ਰਿਜ ਵੀ ਨਹੀਂ ਹੋਣਾ ਚਾਹੀਦਾ ਤੇ ਤੁਹਾਨੂੰ ਟੈਕਸ ਪੇਅਰ ਨਹੀਂ ਹੋਣੇ ਚਾਹੀਦੇ, ਤੁਹਾਡੇ ਕੋਲ ਜ਼ਮੀਨ ਸਰਕਾਰੀ ਨੌਕਰੀ ਇਦਾਂ ਦੇ ਸਾਰੇ ਵੇਰਵੇ ਆ। ਕਿਉਂਕਿ ਮੈਂ ਜਿਹੜੀ ਗੱਲ ਕੀਤੀ ਹੈ ਕਿ ਤੁਹਾਨੂੰ ਫ੍ਰਿਜ ਦੀ ਜ਼ਿਕਰ ਤਾਂ ਕੀਤੀ ਹੈ ਕਿਉਂਕਿ ਕੋਈ ਛੋਟਾ ਚੀਜ਼ ਹੈ ਹਰ ਘਰ ਦੇ ਵਿੱਚ ਹੁੰਦੀ ਹੈ, ਮੋਬਾਈਲ ਦਾ ਵੀ ਜ਼ਿਕਰ ਹੈ ਉਸ ਦੇ ਵਿੱਚ ਕਿ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀਆਂ। ਇਹ ਚੀਜ਼ਾਂ ਫਾਰਮ ਭਰਨ ਜਿਹੜੇ ਮੇਰੇ ਪਿੰਡ ਦੇ ਬਾਕੀ ਵੀ ਗਰੀਬ ਨੇ, ਠੀਕ ਹੈ ਮੈਂ ਮੰਨਦਾ ਜੇ ਉਹਨਾਂ ਨੂੰ ਲੋੜਵੰਦ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਸਕੀਮ, ਉਹਨਾਂ ਦੇ ਲਈ ਸਕੀਮ ਹੈ ਉਹ ਫਾਰਮ ਭਰਨ, ਆਪਣੇ ਆਪ ਨੂੰ ਸਾਬਤ ਕਰਨ ਕਿ ਮੈਂ ਇਸ ਸਕੀਮ ਦੇ ਅਧੀਨ ਹੁੰਦਾ, ਮੈਨੂੰ ਪੈਸੇ ਦਿੱਤੇ ਜਾਣ। ਕਿਉਂਕਿ ਮੇਰੇ ਕੋਲ ਕੋਈ ਅਧਿਕਾਰ ਨਹੀਂ ਹੈ ਜੇ ਮੈਂ ਕਹਾਂ ਕਿ ਮੈਂ ਲਿਖ ਕੇ ਦੇ ਦੇਵਾਂ ਕਿ ਇਹ ਬੰਦੇ ਨੂੰ ਮਿਲਣੀ ਚਾਹੀਦੀ ਹੈ, ਮੇਰੇ ਪੈਨ ਨਾਲ ਤਾਂ ਮੇਰੇ ਕੋਲ ਕੋਈ ਇਦਾਂ ਦੀ ਅਥਾਰਟੀ ਨਹੀਂ, ਨਾ ਮੇਰੇ ਕੋਲ ਗਵਰਨਮੈਂਟ ਅਥਾਰਟੀ ਹੈ, ਨਾ ਮੇਰੇ ਕੋਲ ਮੈਂ ਚੁਣਿਆ ਹੋਇਆ ਨੁਮਾਇੰਦਾ ਹੈ ਕਿ ਮੈਂ ਇੱਕ ਆਮ ਨਾਗਰਿਕ ਹਾਂ। ਕੀ ਤਾਂ ਤੁਸੀਂ ਜਦੋਂ ਇਹ ਰਿਪੋਰਟ ਦੀ ਤੁਸੀਂ ਤਹਿ ਤੱਕ ਗਏ ਹੋ, ਤੁਸੀਂ ਖੁਲਾਸਾ ਕੀਤਾ ਇਸ ਚੀਜ਼ ਦਾ ਕਿ ਤੁਹਾਡੇ ਵੱਲੋਂ ਪਹਿਲਾਂ ਕਿਸੇ ਅਧਿਕਾਰੀ ਨਾਲ ਮਿਲਿਆ ਗਿਆ ਸੀ ਜਾਂ ਕਿਸੇ ਕਹਿ ਲਈਏ ਵੀ ਐਮਐਲਏ ਦੇ ਨਾਲ ਜਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਤੁਸੀਂ ਪਹਿਲਾਂ ਮਿਲੇ ਹੋ ਕਿ ਆਹ ਚੀਜ਼ਾਂ ਮੈਨੂੰ ਜਿਹੜੀਆਂ ਪੁਸ਼ਟੀਆਂ ਮੈਂ ਕਰਨੀਆਂ ਚਾਹੁੰਦਾ ਹਾਂ, ਫਿਰ ਤੁਸੀਂ ਆਰਟੀਆਈ ਤੱਕ ਪਹੁੰਚੇ ਕਿ ਉਸ ਤੋਂ ਪਹਿਲਾਂ ਤੁਸੀਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ? ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਤੁਸੀਂ ਕੋਈ ਵੀ ਖੁਲਾਸਾ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵੀ ਡੇਟਾ ਕੱਢਣਾ ਚਾਹੁੰਦੇ ਹੋ, ਉਹਦੇ ਨਾਲ ਕੋਈ ਅਧਿਕਾਰੀ ਦਾ ਤਾਲਮੇਲ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ। ਕਿਤੇ ਕਿਸੇ ਗੱਲ ਨਹੀਂ ਲਿਖੀ ਗਈ ਕਿ ਤੁਸੀਂ ਜੇ ਅਧਿਕਾਰੀ ਨੂੰ ਮਿਲੋਗੇ ਜਾਂ ਕਿਸੇ ਐਮਐਲਏ ਸਾਹਿਬਾਨ ਨੂੰ ਮਿਲੋਗੇ, ਮੰਤਰੀ ਸਾਹਿਬਾਨ ਨੂੰ ਮਿਲੋਗੇ ਤੇ ਉਹਨਾਂ ਨਾਲ ਜ਼ਿਕਰ ਹੋਣਾ ਜ਼ਰੂਰੀ ਹੈ, ਨਹੀਂ। ਅਸਲ ਦੇ ਵਿੱਚ ਅਸਲ ਕੀ ਹੈ, ਮੇਰਾ ਪਿੰਡ ਹੈ, ਮੈਂ ਆਪਣੇ ਪਿੰਡ ਦਾ ਵਾਸੀ ਹਾਂ, ਮੈਂ ਭਾਰਤ ਦਾ ਨਾਗਰਿਕ ਹਾਂ ਤੇ ਮੈਂ ਆਰਟੀ ਪਾ ਸਕਦਾ, ਮੈਨੂੰ ਕਾਨੂੰਨ ਨੇ ਅਧਿਕਾਰ ਦਿੱਤਾ ਹੈ, ਕਾਨੂੰਨ ਨੇ ਅਧਿਕਾਰ ਦਿੱਤਾ, ਮੈਂ ਕਾਨੂੰਨ ਦੇ ਅਧਿਕਾਰ ਦੀ ਵਰਤੋਂ ਕੀਤੀ, ਉਸ ਤੋਂ ਬਾਅਦ ਦਰਖਾਸਤ ਦਿੱਤੀ, ਕੰਪਲੇਂਟ ਦਿੱਤੀ, ਕੰਪਲੇਂਟ ਦੇ ਵਿੱਚ ਲੋਕਪਾਲ ਸਾਹਿਬ ਦੇ ਵੱਲੋਂ ਸਭ ਕੁਝ ਸ਼ੀਸ਼ਾ ਕਰ ਦਿੱਤਾ ਗਿਆ। ਤਾਂ ਹੁਣ ਤੁਹਾਡੇ ਵੱਲੋਂ ਅਗਲਾ ਕਦਮ ਕੀ ਹੋਏਗਾ? ਸਬੂਤ ਤੁਹਾਡੇ ਕੋਲ ਨੇ, ਰਿਪੋਰਟ ਤੁਹਾਡੇ ਕੋਲ ਹੈਗੀ ਹੈ, ਕੀ ਕੁਝ ਅੱਗੇ ਤੁਸੀਂ ਕਰਨ ਜਾ ਰਹੇ ਹੋ? ਕਿ ਦੇਖੋ ਮਾਨਯੋਗ ਲੋਕਪਾਲ ਸਾਹਿਬ ਦੇ ਵੱਲੋਂ ਸਭ ਕੁਝ ਦੱਸ ਦਿੱਤਾ ਗਿਆ, ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕਿਹੜੇ ਬੰਦੇ ਇਹਦੇ ਵਿੱਚ ਸ਼ਾਮਲ ਨੇ, ਠੀਕ ਹੈ। ਉਸ ਤੋਂ ਬਾਅਦ ਜਦੋਂ ਇਹ ਮੈਟਰ ਕੋਰਟਾਂ ਦੇ ਵਿੱਚ ਜਾਣਗੇ, ਜੱਜ ਸਾਹਿਬਾਨ ਦੇ ਕੋਲ ਜਾਣਗੇ, ਉਦੋਂ ਵੀ ਅਸੀਂ ਸਾਰਾ ਜ਼ਿਕਰ ਕਰਾਂਗੇ। ਡੇਟਾ ਸਾਡੇ ਕੋਲ ਸਾਰਾ ਹੈ, ਇਨਕਮ ਟੈਕਸ ਦੀ ਰਿਟਰਨਸ ਹੈਗੀਆਂ, ਜਿਸ ਵਿਅਕਤੀ ਦੇ ਵੱਲੋਂ ਇਹ ਸਕੀਮ ਦਾ ਲਾਭ ਲਿੱਤਾ ਗਿਆ, ਗੱਡੀ ਹੈਗੀ ਹੈ, ਸਭ ਕੁਝ ਆਲ ਓਵਰ ਡਾਟਾ ਹੈਗਾ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਨਯੋਗ ਲੋਕਪਾਲ ਸਾਹਿਬ ਦੇ ਵੱਲੋਂ ਸਾਰਾ ਜ਼ਿਕਰ ਕਰ ਦਿੱਤਾ ਗਿਆ, ਉਹ ਸਾਰਾ ਕੁਝ ਕਰ ਦਿੱਤਾ ਗਿਆ। ਲੋਕਪਾਲ ਸਾਹਿਬ ਦੇ ਵੱਲੋਂ ਜਿਹੜੇ ਮੈਂ ਅਤਾਰੇ ਦੱਸੇ ਆ ਤੁਹਾਨੂੰ, ਜਿਹੜੇ ਸੰਯੁਕਤ ਵਿਕਾਸ ਕਮਿਸ਼ਨਰ ਸਾਹਿਬ ਨੇ, ਉਹਨਾਂ ਨੂੰ ਵੀ ਭੇਜ ਦਿੱਤੇ ਗਏ ਨੇ, ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ। ਹੁਣ ਸਾਡਾ ਅਗਲਾ ਪੜਾਅ ਇਹ ਰਹੇਗਾ ਕਿ ਜਿਹੜੇ ਉੱਚ ਅਧਿਕਾਰੀ ਨੇ, ਜਿਨ੍ਹਾਂ ਦੇ ਕੋਲ ਇਹ ਰਿਪੋਰਟਾਂ ਗਈਆਂ ਨੇ, ਡੀਸੀ ਸਾਹਿਬਾਨ ਨੇ ਜਾਂ ਕਮਿਸ਼ਨਰ ਸਾਹਿਬਾਨ ਨੇ, ਜਿਹੜੇ ਵੀ ਇਸ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਦੇ ਕੋਲ ਇਹ ਅਧਿਕਾਰ ਹੈ ਕਾਰਵਾਈ ਕਰਨ ਦਾ, ਅਸੀਂ ਉਹਨਾਂ ਦੇ ਨਾਲ ਤਾਲਮੇਲ ਕਰਾਂਗੇ, ਉਹਨਾਂ ਨੂੰ ਮਿਲਾਂਗੇ, ਉਹਨਾਂ ਦੇ ਅੱਗੇ ਸਿਫਾਰਿਸ਼ ਕਰਾਂਗੇ ਕਿ ਇੱਦਾਂ ਦੇ ਲੋਕਾਂ ਨੂੰ ਅੰਦਰ ਦਿਆ ਜਾਵੇ, ਇਹਨਾਂ ਦੇ ਲੋਕਾਂ 'ਤੇ ਕਾਰਵਾਈ ਕਰੀ ਜਾਵੇ ਤਾਂ ਕਿ ਮੁੜ ਕੋਈ ਗਰੀਬਾਂ ਦਾ ਹੱਕ ਨਾ ਖਾਵੇ। ਕਿਉਂਕਿ ਗਰੀਬ ਇਸ ਸ਼ਬਦ ਨੂੰ ਮੈਂ ਕਿਤੇ ਨਾ ਕਿਤੇ ਮਹਿਸੂਸ ਕਰਦਾ ਹਾਂ ਕਿ ਇਹ ਸ਼ਬਦ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਗਰੀਬ ਨਹੀਂ ਹੋਣਾ ਚਾਹੀਦਾ ਕੋਈ। ਜਦੋਂ ਸਭ ਬਰਾਬਰ ਦੇ ਹੋਣਗੇ ਨਾ ਤਾਂ ਭੇਦਭਾਵ ਵੀ ਖਤਮ ਹੋ ਜਾਣਗੇ, ਜਾਤਾਂ ਪਾਤਾਂ ਦਾ ਵੀ ਸਭ ਕੁਝ ਰੌਲਾ ਖਤਮ ਹੋ ਜਾਊਗਾ। ਤਾਂ ਗਰੀਬ ਸ਼ਬਦ ਮੈਂ ਮਹਿਸੂਸ ਕਰਦਾ ਕਿ ਗਰੀਬ ਸ਼ਬਦ ਕਿਤੇ ਨਾ ਕਿਤੇ ਦੁਨੀਆ 'ਚੋਂ ਖਤਮ ਹੋਣਾ ਚਾਹੀਦਾ ਕਿ ਗਰੀਬ ਕੋਈ ਹੋਵੇ ਨਾ, ਹਰ ਬੰਦਾ ਚੰਗੀ ਰੋਟੀ ਖਾਵੇ, ਚੰਗੀ ਜ਼ਿੰਦਗੀ ਜੀਵੇ, ਕਿਉਂਕਿ ਜਿਉਣਾ ਇੱਕ ਵਾਰ ਹੈ, ਹਰ ਬੰਦੇ ਨੇ ਚਲਾ ਜਾਣਾ, ਮੈਂ ਵੀ ਮਰ ਜਾਣਾ, ਕੋਈ ਮੈਂ ਸਦਾ ਅਮਰ ਨਹੀਂ ਰਹਿਣਾ। ਤੇ ਗੱਲ ਇਹ ਹੈ ਕਿ ਗਰੀਬਾਂ ਨੂੰ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਹੱਕ ਨੇ ਉਹਨਾਂ ਨੂੰ ਮਿਲਣ, ਉਹ ਗਰੀਬ ਨਾ ਰਹਿਣ। ਜਦੋਂ ਗਰੀਬ ਨਹੀਂ ਰਹਿਣਗੇ ਉਹ ਖੁਸ਼ੀ ਹੋਣਗੇ, ਖੁਸ਼ਹਾਲ ਹੋਣਗੇ, ਚੰਗਾ ਪੜ੍ਹਨਗੇ, ਚੰਗੇ ਲਿਖਣਗੇ, ਚੰਗੇ ਅਫਸਰ ਬਣਨਗੇ, ਸਿਸਟਮ ਸੁਧਰੂਗਾ। ਸਮਾਜ ਦੇ ਵਿੱਚ ਐਸੇ ਜਿਹੜੇ ਭ੍ਰਿਸ਼ਟਾਚਾਰੀ ਨੇ, ਐਸੇ ਜਿਹੜੇ ਗੰਦੇ ਲੋਕ ਨੇ, ਉਹ ਕਿਤੇ ਨਾ ਕਿਤੇ ਇਸ ਸਿਸਟਮ ਤੋਂ ਦੂਰ ਹੋ ਜਾਣਗੇ। ਜੀ, ਤਾਂ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਇਹ ਸਨ ਚਰਨਜੀਤ ਸਿੰਘ ਚੰਨੀ, ਜੋ ਕਿ ਮਹਿਤਾਬਗੜ੍ਹ ਦੇ ਪਿੰਡ ਦੇ ਵਾਸੀ ਨੇ ਤੇ ਜਿਨ੍ਹਾਂ ਵੱਲੋਂ ਜਿਹੜਾ ਸਰਪੰਚਾਂ ਤੇ ਪੰਚਾਂ ਦੇ ਵੱਲੋਂ ਜਿਹੜਾ ਗਮਨ ਕੀਤਾ ਗਿਆ, ਜਿਹੜੀ ਸਰਕਾਰੀ ਸਕੀਮਾਂ ਨੇ ਜਿਹੜੇ ਗਰੀਬ ਪਰਿਵਾਰ ਨੂੰ ਮਿਲਦੀਆਂ ਨੇ, ਉਹ ਜਿਹੜੇ ਪੈਸੇ ਨੇ ਉਹ ਇੱਕ ਨਿੱਜੀ ਪਰਿਵਾਰ ਜੋ ਕਿ ਉਹਨਾਂ ਦੇ ਕਹਿ ਲਈਏ ਕਿ ਸੰਬੰਧੀ ਨੇ, ਉਹਨਾਂ ਨੂੰ ਉਸ ਦਾ ਲਾਭ ਦਿਲਾ ਦਿੱਤਾ ਗਿਆ। ਤਾਂ ਇਹ ਜੋ ਨੌਜਵਾਨ ਹੈ ਚਰਨਜੀਤ ਸਿੰਘ, ਇਹਦੇ ਵੱਲੋਂ ਜੋ ਦੋਸ਼ ਲਗਾਏ ਗਏ ਨੇ ਕਿ ਮਹਿਤਾਬਗੜ੍ਹ ਦੇ ਸਰਪੰਚ ਅਤੇ ਪੰਚਾਂ ਵੱਲੋਂ ਸਰਕਾਰੀ ਸਕੀਮ ਦਾ ਜਿਹੜਾ ਜੋ ਪੈਸਾ ਆਂਦਾ ਹੈ ਉਹਦਾ ਗਮਨ ਕੀਤਾ ਗਿਆ। ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਦੂਸਰੀ ਧਿਰ ਦੇ ਨਾਲ, ਕਿਉਂਕਿ ਸਰਪੰਚ ਦਾ ਜੋ ਬਿਆਨ ਹੈ ਉਹ ਵੀ ਜਾਣਨਾ ਜ਼ਰੂਰੀ ਹੈ। ਤਾਂ ਉਹ ਗੱਲਬਾਤ ਕਰਦੇ ਹਾਂ ਕਿ ਉਸ ਪਿੰਡ ਦੇ ਸਰਪੰਚ ਤੇ ਜਾਂ ਸਰਪੰਚ ਦਾ ਕੀ ਕੁਝ ਕਹਿਣਾ ਹੈ। ਹੈਲੋ ਹਾਂਜੀ, ਹੈਲੋ ਹਾਂਜੀ ਜੀ, ਅਮਨਪ੍ਰੀਤ ਜੀ ਗੱਲ ਕਰ ਰਹੇ? ਨਹੀਂ ਜੀ। ਕੌਣ ਗੱਲ ਕਰ ਰਹੇ ਸਰ? ਤੁਸੀਂ ਕੌਣ ਗੱਲ ਕਰ ਰਹੇ? ਮੈਂ ਸਰ ਸਨੀ ਹਟਵਾਲ ਗੱਲ ਕਰ ਰਿਹਾ ਜੀ, ਸਕਰੋਲ ਪੰਜਾਬ ਤੋਂ। ਕਿੱਥੇ ਦੇ? ਚੰਡੀਗੜ੍ਹ ਤੋਂ, ਸਕਰੋਲ ਪੰਜਾਬ ਤੋਂ ਗੱਲ ਕਰ ਰਿਹਾ ਜੀ, ਸਨੀ ਹਟਵਾਲ। ਹਾਂਜੀ ਦੱਸੋ। ਹਾਂਜੀ ਸਰ, ਅਮਨਪ੍ਰੀਤ ਗੱਲ ਕਰ ਰਹੇ ਤੁਸੀਂ? ਹਾਂਜੀ ਕਰ ਰਿਹਾ ਜੀ ਸਰ, ਤੁਸੀਂ ਹੁਣ ਤਾਂ ਨਾ ਕਰ ਰਹੇ ਸੀਗੇ। ਚਲੋ ਸਰ, ਇਹ ਲੋਕਪਾਲ ਦੀ ਰਿਪੋਰਟ ਦੇ ਵਿੱਚ ਨਾ ਸਰ ਇੱਕ ਤੁਹਾਡਾ ਨਾਮ ਆਇਆ ਕਿ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਪੈਸੇ ਆਏ ਸੀਗੇ, ਤੁਸੀਂ ਇੱਕ ਨਿੱਜੀ ਪਰਿਵਾਰ ਨੂੰ ਦੇ ਦਿੱਤੇ ਸੀਗੇ। ਕਿੰਨੀ ਕੁ ਸੱਚਾਈ ਹੈ ਸਰ ਇਹ? ਇਸ ਦੇ ਵਿੱਚ ਯਾਰ ਸੱਚਾਈ ਕੋਈ ਨਹੀਂ। ਹਾਂਜੀ, ਨਿੱਜੀ ਪਰਿਵਾਰ ਨੂੰ ਕੋਈ ਨਿੱਜੀ ਪਰਿਵਾਰ ਨਹੀਂ ਹੈਗਾ। ਤੁਸੀਂ ਆਪਣੇ ਪਰਿਵਾਰ ਤੁਹਾਨੂੰ ਮੈਂ ਨਿੱਜੀ ਪਰਿਵਾਰ, ਮੇਰਾ ਜਿਹੜਾ ਮਾਸੀ ਦਾ ਮੁੰਡਾ ਯਾਰ ਉਹ ਜੀ
ਦੇਖ ਯਾਰ ਪਤਾ ਕਿ ਮੈਂ ਹੁਣ ਤਾਂ ਲਾ ਰਿਹਾ ਪੈਗ, ਮੈਂ ਤਾਂ ਸਪਸ਼ਟ ਦੱਸਾਂ। ਅੱਛਾ ਠੀਕ ਹੈ, ਤੂੰ ਕੱਲ ਨੂੰ ਫੋਨ ਕਰੀ ਵੀਰ ਬਣ ਕੇ, ਆਪਾਂ ਕੱਲ ਨੂੰ ਤੁਹਾਨੂੰ ਸਾਰੀ ਰਿਪੋਰਟ ਦਊਂਗਾ ਮੈਂ। ਠੀਕ ਹੈ ਠੀਕ ਹੈ ਜੀ। ਠੀਕ ਹੈ। ਇੱਕ ਵਿਅਕਤੀ ਜੋ ਚਰਨਜੀਤ ਹੈਗਾ ਉਸਨੇ ਆਪਣੀ ਆਰਟੀਆਈ ਦੇ ਰਾਹੀਂ ਇੱਕ ਪਿੰਡ ਦਾ ਖੁਲਾਸਾ ਕੀਤਾ ਹੈ, ਜਿਹਦੇ ਵਿੱਚ ਪੰਚ ਤੇ ਸਰਪੰਚ ਜਿਹੜੇ ਨੇ ਉਹਨਾਂ ਦੇ ਉੱਪਰ ਜਿਹੜੇ ਨੇ ਦੋਸ਼ ਲਗਾਏ ਨੇ, ਤੇ ਜਿਸ ਵਿਅਕਤੀ ਦੇ ਉੱਪਰ ਦੋਸ਼ ਲਗਾਏ ਨੇ ਤੇ ਹੁਣ ਉਹਦੇ ਨਾਲ ਅਸੀਂ ਕੱਲ ਗੱਲਬਾਤ ਕਰਨੀ ਚਾਹੀ ਤੇ ਪਰ ਉਹਦੇ ਨਾਲ ਗੱਲਬਾਤ ਨਹੀਂ ਹੋ ਪਾਈ ਸੀ, ਤਾਂ ਅੱਜ ਉਹਨਾਂ ਨੂੰ ਦੁਬਾਰਾ ਤੋਂ ਫੋਨ ਲਗਾਉਂਦੇ ਆ ਤੇ ਦੇਖਦੇ ਆ ਕਿ ਕੀ ਕੁਝ ਉਹਨਾਂ ਦੇ ਪੱਖ ਦੇ ਵਿੱਚ ਉਹ ਆਪਣਾ ਕੀ ਕੁਝ ਬਿਆਨ ਦਿੰਦੇ ਨੇ, ਉਹ ਜਾਣਦੇ ਆ। ਰਿੰਗ ਜਾਰੀ ਹੈ ਤੇ ਦੇਖਦੇ ਆ ਉਹ ਆਪਣੇ ਪੱਖ ਦੇ ਵਿੱਚ ਕੀ ਕੁਝ ਦੱਸਦੇ ਨੇ, ਕੀ ਕੁਝ ਬਿਆਨ ਜਿਹੜਾ ਉਹ ਦਿੰਦੇ ਨੇ। ਫੋਨ ਕੱਟ ਦਿੱਤਾ ਗਿਆ, ਦੁਬਾਰਾ ਤੋਂ ਕਾਲ ਲਗਾਉਂਦੇ ਆ। 2 ਵਾਰੀ ਕਾਲ ਲਗਾ ਚੁੱਕੇ ਆ ਪਰ ਹਜੇ ਤੱਕ ਜਿਹੜਾ ਹੈ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਕਾਲ ਜਿਹੜੀ ਆ ਲਗਾਤਾਰ 2 ਵਾਰ ਕੱਟ ਦਿੱਤੀ ਗਈ ਹੈ। ਤੇ ਜਿਹੜੇ ਚਰਨਜੀਤ ਜੋ ਵਿਅਕਤੀ ਹੈ ਚਰਨਜੀਤ ਸਿੰਘ, ਉਹਦੇ ਉੱਪਰ ਉਹਦੇ ਵੱਲੋਂ ਜੋ ਇੱਕ ਆਰਟੀਆਈ ਰਾਹੀਂ ਫਾਈਲ ਕੀਤੀ ਗਈ, ਆਰਟੀਆਈ ਫਾਈਲ ਕੀਤੀ ਗਈ ਹੈ, ਜਿਸ ਤੋਂ ਬਾਅਦ ਇੱਕ ਪਿੰਡ ਦੇ ਜਿਹੜੇ ਮਹਿਤਾਬ ਪਿੰਡ ਹੈਗਾ ਉਸ ਦੇ ਵਿੱਚ ਜੋ ਪੰਚ ਤੇ ਸਰਪੰਚ ਨੇ ਉਸ ਘੁਟਾਲੇ ਦੇ ਵਿੱਚ ਉਹਨਾਂ ਦਾ ਨਾਮ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਕੀ ਹੈ ਕਿ ਚਰਨਜੀਤ ਸਿੰਘ ਵੱਲੋਂ ਇੱਕ ਆਰਟੀਆਈ ਰਾਹੀਂ ਖੁਲਾਸਾ ਕੀਤਾ ਗਿਆ। ਉਹਦੇ ਵੱਲੋਂ ਕਿਹਾ ਗਿਆ ਕਿ ਪਿੰਡ ਮਹਿਤਾਬ ਦੇ ਵਿੱਚ ਪੰਚ ਤੇ ਸਰਪੰਚ ਜਿਹੜੇ ਨੇ ਜੋ ਸਰਕਾਰ ਵੱਲੋਂ ਸਕੀਮ ਆਉਂਦੀ ਹੈ ਤੇ ਉਸ ਸਕੀਮ ਦੇ ਵਿੱਚ ਜਿਹੜਾ ਪੈਸਾ ਗਰੀਬਾਂ ਨੂੰ ਮਿਲਣਾ ਸੀ, ਜੋ ਕਹਿ ਲਈਏ ਕਿ ਜੋ ਗ੍ਰਾਂਟ ਆਉਂਦੀ ਹੈ, ਉਹ ਗ੍ਰਾਂਟ ਜਿਹੜੀ ਲੋਕਾਂ ਦੇ ਵਿੱਚ ਵੰਡੀ ਜਾਣੀ ਸੀ ਜਿਨ੍ਹਾਂ ਦੇ ਘਰ ਦੀ ਛੱਤ ਨਹੀਂ ਹੈ ਜਾਂ ਫਿਰ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈ, ਜਿਹੜੇ ਸਮਰਥ ਨਹੀਂ ਹੈ ਆਪਣੇ ਘਰ ਬਣਾਉਣ ਦੇ ਲਈ, ਤਾਂ ਜੋ ਸਰਕਾਰ ਵੱਲੋਂ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜਾ ਪੈਸਾ ਆਇਆ ਸੀ ਤਾਂ ਉਹ ਪੈਸਾ ਜਿਹੜਾ ਹੈ ਲੋਕਾਂ ਨੂੰ ਦੇਣ ਦੀ ਬਜਾਏ ਇੱਕ ਜਿਹੜੇ ਸਰਪੰਚ ਦੇ ਜਿਹੜੇ ਇੱਕ ਨਿੱਜੀ ਤੌਰ ਤੇ ਕਹਿ ਲਈਏ ਕਿ ਰਿਸ਼ਤੇਦਾਰ ਨੇ ਤੇ ਉਹਨਾਂ ਨੂੰ ਜਿਹੜਾ ਪੈਸਾ ਉਹ ਦੇ ਦਿੱਤਾ ਗਿਆ ਸੀ। ਤਾਂ 1 ਲੱਖ ਜਿਹੜਾ 20,000 ਰੁਪਇਆ ਉਹ ਆਉਣਾ ਸੀ, ਜਿਹਦੇ ਵਿੱਚ 1,02,000 ਰੁਪਇਆ ਜਿਹੜਾ ਉਹ ਉਸ ਪਰਿਵਾਰ ਨੂੰ ਦੇ ਦਿੱਤਾ ਗਿਆ। ਤਾਂ ਕੱਲ ਜਦੋਂ ਫੋਨ ਲਗਾਇਆ ਗਿਆ ਸੀ ਤਾਂ ਅਮਨਪ੍ਰੀਤ ਨੂੰ, ਤਾਂ ਅਮਨਪ੍ਰੀਤ ਨੇ ਸਭ ਤੋਂ ਪਹਿਲਾਂ ਇਨਕਾਰ ਕਰ ਦਿੱਤਾ ਸੀ ਵੀ ਮੈਂ ਅਮਨਪ੍ਰੀਤ ਨਹੀਂ ਗੱਲ ਕਰ ਰਿਹਾ। ਤਾਂ ਜਿਸ ਤੋਂ ਬਾਅਦ ਜਦੋਂ ਚੈਨਲ ਦਾ ਹਵਾਲਾ ਦਿੱਤਾ ਗਿਆ, ਜਦੋਂ ਅੱਗੇ ਗੱਲ ਕੀ ਪੁੱਛੀ ਗਈ ਤਾਂ ਉਸ ਤੋਂ ਬਾਅਦ ਉਹਨੇ ਹਾਮੀ ਜ਼ਰੂਰ ਭਰੀ ਕਿ ਮੈਂ ਅਮਨਪ੍ਰੀਤ ਹੈਗਾ। ਤੇ ਅਮਨਪ੍ਰੀਤ ਤੋਂ ਬਾਅਦ ਉਸਨੇ ਕਿਹਾ ਵੀ ਮੈਂ ਹਜੇ ਗੱਲ ਨਹੀਂ ਕਰ ਸਕਦਾ, ਮੈਂ ਹਜੇ ਪੈਗ ਲਗਾ ਰਿਹਾ। ਤਾਂ ਤੁਸੀਂ ਦੇਖੋ ਕਿ ਪੈਗ ਲਗਾਉਣਾ ਇਹਨਾਂ ਜ਼ਰੂਰੀ ਸੀਗਾ ਜਾਂ ਫਿਰ ਆਪਣਾ ਪੱਖ ਜਿਹੜਾ ਹੈ ਉਹ ਰੱਖਣਾ ਜ਼ਰੂਰੀ ਸੀਗਾ ਵੀ ਜਦੋਂ, ਕਿਉਂਕਿ ਇੱਕ ਤਰਫਾ ਜਿਹੜਾ ਬਿਆਨ ਕਦੀ ਜੇਕਰ ਲਗਾਉਂਦਾ ਤਾਂ ਉਹਦੇ ਉੱਤੇ ਸਵਾਲ ਖੜੇ ਹੁੰਦੇ ਨੇ, ਪਰ ਮੀਡੀਆ ਅਕਸਰ ਜਿਹੜਾ ਹੀ ਇੱਕ ਪੱਖ ਦਾ ਬਿਆਨ ਲੈ ਕੇ ਦੂਸਰੇ ਪੱਖ ਦਾ ਬਿਆਨ ਜਿਹੜਾ ਜ਼ਰੂਰ ਲੈਂਦਾ। ਤਾਂ ਉਹੀ ਕੰਮ ਅਮਨਪ੍ਰੀਤ ਤੋਂ ਜਾਣਨਾ ਚਾਹਿਆ ਕਿ ਤੁਹਾਡੇ ਤੇ ਜਿਹੜੇ ਐਲੀਗੇਸ਼ਨ ਲੱਗੇ ਹੋਏ ਨੇ ਕਿ ਉਹ ਸੱਚ ਨੇ। ਪਰ ਹੁਣ ਜੋ ਕੱਲ ਜੋ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਪੈਗ ਲਗਾ ਰਹੇ ਹਾਂ, ਪਰ ਪੈਗ ਦੇ ਕਾਰਨ ਹੁਣ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ, ਤੁਹਾਡੇ ਨਾਲ ਕੱਲ ਗੱਲਬਾਤ ਕਰਾਂਗੇ। ਤੇ ਜੋ ਅੱਜ ਅਸੀਂ 2 ਵਾਰ ਉਹਨਾਂ ਨੂੰ ਫੋਨ ਲਗਾਇਆ ਪਰ ਉਹਦੇ ਵੱਲੋਂ ਫੋਨ ਹੁਣ ਨਹੀਂ ਚੁੱਕਿਆ ਗਿਆ। ਤਾਂ ਸਾਫ਼ ਤੌਰ ਤੇ ਇਹ ਗੱਲ ਮੰਨ ਸਕਦੇ ਹਾਂ ਕਿ ਸ਼ਾਇਦ ਉਹਨਾਂ ਵੱਲੋਂ ਫੋਨ ਸੇਵ ਦੀ ਜਿਹੜੀ ਰਿਕਾਰਡਿੰਗ ਹੈ ਉਹਨਾਂ ਕੋਲ ਹੋਵੇ ਜਾਂ ਫਿਰ ਨੰਬਰ ਜਿਹੜਾ ਉਹਨਾਂ ਕੋਲ ਸੇਵ ਹੋਵੇ, ਤੇ ਜੋ ਕਿ ਹੁਣ ਉਹ ਗੱਲਬਾਤ ਮੀਡੀਆ ਦੇ ਨਾਲ ਨਹੀਂ ਕਰਨਾ ਚਾਹ ਰਹੇ। ਤਾਂ ਹੁਣ ਦੇਖਣਾ ਹੁਣ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈਆਂ ਹੁੰਦੀਆਂ ਨੇ, ਜਿਹੜੇ ਦੋਸ਼ੀ ਨੇ ਕਿ ਉਹਨਾਂ ਦੇ ਉੱਤੇ ਕੁਝ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਜਾਂ ਫਿਰ ਇਸ ਤਰ੍ਹਾਂ ਹੀ ਲੋਕ ਜਿਹੜੇ ਨੇ ਸਰਕਾਰੀ ਸਕੀਮਾਂ ਦਾ ਲਾਭ ਆਪਣੇ ਨਿੱਜੀ ਸਵਾਰਥ ਲਈ ਕਰਦੇ ਰਹਿਣਗੇ। ਕੈਮਰਾਮੈਨ ਮੋਹਨ ਦੇ ਨਾਲ ਸਨੀ ਅਠਵਾਲ, ਚੰਡੀਗੜ੍ਹ।